ਹੈ ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਅੱਜ ਇਸ ਕਲਾਸ ਦੇ ਵਿੱਚ ਅਸੀਂ ਵਾਈਗੋਟਸਕੀ ਦੀ ਥਿਊਰੀ ਨੂੰ ਬੜੇ ਘੈਂਟ ਤਰੀਕੇ ਦੇ ਨਾਲ ਸਮਝਾਂਗੇ। ਤਾਂ ਸਟਾਰਟ ਕਰਨ ਜਾ ਰਹੇ ਹਾਂ ਜੀ ਲੇਵ ਵਾਈਗੋਟਸਕੀ। ਠੀਕ ਹੈ ਜੀ, ਇਹ ਰਚਨਾਵਾਦੀ ਸੀ ਜਾਂ ਕਹਿ ਸਕਦੇ ਆਪਾਂ ਕਿ ਕੰਸਟਰਕਟਿਵਿਸਟ ਸੀ, ਜੋ ਕਿ ਗੱਲ ਕਰਦਾ ਸੀ ਕਿ ਬੱਚੇ ਨੇ ਜਿਹੜੇ ਉਹ ਆਪਣੀ ਨੌਲੇਜ ਨੂੰ ਕੰਸਟਰਕਟ ਕਰਦੇ ਨੇ, ਉਸ ਦੀ ਰਚਨਾ ਕਰਦੇ ਨੇ। ਤਾਂ ਇਸ ਚੀਜ਼ ਦੀ ਇਹ ਗੱਲ ਕਰਦੇ ਸੀ। ਠੀਕ ਹੈ ਜੀ, ਤਾਂ ਜੇਕਰ ਆਪਾਂ ਗੱਲ ਕਰੀਏ ਇਸ ਦੀ ਥਿਊਰੀ ਦਾ ਨਾਂ ਹੈ ਜੀ ਸੋਸ਼ੀਓ ਕਲਚਰ ਅਪਰੋਚ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਦੇ ਵਿੱਚ ਸਮਾਜਿਕ ਸੱਭਿਆਚਾਰਕ ਪਹੁੰਚ। ਠੀਕ ਹੈ ਜੀ, ਇਹ ਇਸ ਦਾ ਹੋ ਗਿਆ ਨੇਮ। ਇਸ ਤੋਂ ਬਿਨਾਂ ਇਹ ਕੀ ਗੱਲ ਕਰਦਾ ਹੈ, ਡਿਵੈਲਪਮੈਂਟ 'ਤੇ ਗੱਲ ਕਰਦਾ ਇਹ ਕਿ ਜਿਹੜੀ ਡਿਵੈਲਪਮੈਂਟ ਹੈ, ਠੀਕ ਹੈ, ਤਾਂ ਮਤਲਬ ਉਹ ਹੈ ਜਿਹੜੀ ਤਿੰਨ ਚੀਜ਼ਾਂ ਦਾ ਸੁਮੇਲ ਹੈ। ਠੀਕ ਹੈ ਜੀ, ਇਸ ਦੇ ਵਿੱਚ ਜਿਵੇਂ ਤੁਹਾਨੂੰ ਇਹ ਸਰਕਲ ਦਿਸ ਰਿਹਾ ਜੀ, ਇਹ ਲੈਂਗੁਏਜ ਯਾਨੀ ਕਿ ਭਾਸ਼ਾ ਹੈ। ਠੀਕ ਹੈ, ਤਾਂ ਭਾਸ਼ਾ ਹੋਈ। ਇਸ ਤੋਂ ਬਿਨਾਂ ਕਹਿ ਸਕਦੇ ਆਪਾਂ ਸੋਸ਼ਲ ਇੰਟਰੈਕਸ਼ਨ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਦੇ ਜਿਹੜੀ ਅੰਤਰ ਸੰਬੰਧ ਬਣੇ ਹੋਏ ਨੇ ਆਪਣੇ, ਉਹ ਚੀਜ਼ ਹੋਈ। ਅਤੇ ਇਸ ਤੋਂ ਬਿਨਾਂ ਸੱਭਿਆਚਾਰ ਹੋਇਆ। ਤਾਂ ਇਹ ਤਿੰਨੇ ਚੀਜ਼ਾਂ ਮਿਲ ਕੇ, ਠੀਕ ਹੈ, ਇਹਨਾਂ ਦਾ ਜਿਹੜਾ ਇੱਥੇ ਦੇਖੋ ਇਹ ਸਰਕਲ ਨੇ, ਇਹ ਸਰਕਲ ਨੇ ਅਤੇ ਇਹ ਸਰਕਲ ਨੇ, ਇਹਨਾਂ ਤਿੰਨੇ ਸਰਕਲਾਂ ਦਾ ਜਦੋਂ ਕੱਟ ਵੱਜਿਆ ਤਾਂ ਇਹ ਵਿੱਚ ਵਾਲੀ ਚੀਜ਼ ਆ ਗਈ, ਜਿਹਤੇ ਅਸੀਂ ਨੇ ਲਿਖੀ ਹੈ ਡੀ, ਯਾਨੀ ਕਿ ਡਿਵੈਲਪਮੈਂਟ। ਤਾਂ ਇਹ ਕੀ ਆਖਦੇ ਵੀ ਡਿਵੈਲਪਮੈਂਟ ਕਦੋਂ ਹੁੰਦੀ ਹੈ, ਵਿਕਾਸ ਕਦੋਂ ਹੁੰਦਾ ਹੈ, ਜਦੋਂ ਇਹ ਤਿੰਨੇ ਚੀਜ਼ਾਂ ਆਪਸ ਵਿੱਚ ਅਟੈਚ ਹੋ ਜਾਂਦੀਆਂ ਨੇ। ਠੀਕ ਹੈ, ਤਾਂ ਇਹ ਸਰਕਲ ਇੱਥੇ ਆਪਸ ਵਿੱਚ ਅਟੈਚ ਹੋ ਗਏ, ਤਾਂ ਇਸ ਤਰ੍ਹਾਂ ਡਿਵੈਲਪਮੈਂਟ ਹੋ ਗਈ। ਠੀਕ ਹੈ ਜੀ, ਤਾਂ ਸੋਸ਼ਲ ਇੰਟਰੈਕਸ਼ਨ, ਕਲਚਰ, ਲੈਂਗੁਏਜ, ਇਹ ਤਿੰਨਾਂ ਦੇ ਸੁਮੇਲ ਦੇ ਨਾਲ ਇਹ ਡਿਵੈਲਪਮੈਂਟ ਮੰਨਦਾ ਹੈ। ਅਤੇ ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਜੀ ਇਸ ਦੀ ਥਿਊਰੀ ਦੇ ਵਿੱਚ ਇੱਕ ਮੇਨ ਚੀਜ਼ ਆ ਜਾਂਦੀ ਹੈ ਜੀ ZPD, ਜਿਸ ਦੇ ਉੱਤੇ ਡਾਇਰੈਕਟ ਸਵਾਲ ਬਣਦਾ ਹੈ। ਕਈ ਵਾਰ ਤਾਂ ਇਸ ਦੀ ਫੁੱਲ ਫਾਰਮ ਹੀ ਪੁੱਛ ਲਈ ਜਾਂਦੀ ਹੈ। ਤਾਂ ਇਸ ਕਲਾਸ ਦੇ ਲਾਸਟ ਵਿੱਚ ਅਸੀਂ ਕੁਝ ਕੁਐਸਚਨਾਂ ਦੀ ਪ੍ਰੈਕਟਿਸ ਵੀ ਕਰਾਂਗੇ, ਜਿਹਦੇ 'ਚ ਤੁਹਾਨੂੰ ਪਤਾ ਲੱਗੂ ਪੇਪਰ ਦੇ ਵਿੱਚ ਇਹਦੇ ਵਿੱਚ ਸਵਾਲ ਕਿਸ ਤਰ੍ਹਾਂ ਪੁੱਛੇ ਜਾਂਦੇ ਨੇ। ਤਾਂ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਯਾਨੀ ਕਿ ਸੰਭਾਵਿਤ ਵਿਕਾਸ ਦਾ ਏਰੀਆ। ਤੁਸੀਂ ਇਸ ਨੂੰ ਇਸ ਡਾਇਗਰਾਮ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰੋ ਜੀ। ਇਹ ਜਿਹੜੀ ਡਾਇਗਰਾਮ ਹੈ, ਇਸ ਦੇ ਵਿੱਚ ਤੁਹਾਨੂੰ ਜਿਹੜੀ ਇਹ ਚੀਜ਼ ਨਜ਼ਰ ਆ ਰਹੀ ਹੈ, ਇਹ ਇੱਕ ਅਜਿਹਾ ਜ਼ੋਨ ਹੈ, ਠੀਕ ਹੈ, ਜਿਸ ਦੇ ਵਿੱਚ ਬੱਚਾ ਖੁਦ ਕਰ ਸਕਦਾ ਜਿਹੜੇ ਕੰਮ ਨੂੰ। ਠੀਕ ਹੈ, ਮਤਲਬ ਕਿ ਇਸ ਤਰ੍ਹਾਂ ਦਾ ਇਹਦਾ ਖੇਤਰ ਹੈ ਜਿਹਦੇ ਵਿੱਚ ਉਹ ਖੁਦ ਹੀ ਨੌਲੇਜ ਲੈ ਸਕਦਾ ਸੀ, ਖੁਦ ਹੀ ਉਹ ਡਿਵੈਲਪ ਕਰ ਸਕਦਾ ਸੀ। ਪਰ ਉਸ ਨੂੰ ਦੇਖੋ, ਜਿਵੇਂ ਆਪਾਂ ਇੱਕ ਐਗਜ਼ੈਂਪਲ ਲੈਂਦੇ ਹਾਂ, ਮੈਂ ਤੁਹਾਨੂੰ ਇਹ ਉਦਾਹਰਨ ਦੇ ਥਰੂ ਸਮਝਾਉਣ ਦੀ ਕੋਸ਼ਿਸ਼ ਕਰਦਾ। ਬੱਚਾ ਇੱਥੇ ਖੜਿਆ ਜੀ, ਠੀਕ ਹੈ, ਅਤੇ ਉਸਨੇ ਛਾਲ ਮਾਰਨੀ ਹੈ, ਤਾਂ ਇੱਥੇ ਉਹ ਨੋਰਮਲੀ ਛਾਲ ਮਾਰ ਸਕਦਾ ਹੈ। ਠੀਕ ਹੈ, ਇੱਥੇ ਤੋਂ ਇੱਦਾਂ ਕੁੱਦ ਸਕਦਾ, ਉਹ ਛਾਲ ਮਾਰ ਸਕਦਾ ਹੈ। ਕਿਉਂ? ਕਿਉਂਕਿ ਇਹ ਉਸ ਦਾ ਕੀ ਹੈ ਜੀ, ਸੈਲਫ ਜ਼ੋਨ ਹੈ। ਠੀਕ ਹੈ, ਤਾਂ ਇੱਕ ਅਜਿਹਾ ਖੇਤਰ ਹੈ ਜਿਸ ਦੇ ਵਿੱਚ ਉਹ ਖੁਦ ਕੰਮ ਕਰ ਸਕਦਾ, ਵੀ ਉਸਨੂੰ ਕਿਸੇ ਦੀ ਸਹਾਇਤਾ ਦੀ ਕੋਈ ਲੋੜ ਨਹੀਂ। ਠੀਕ ਹੈ, ਤਾਂ ਇੱਥੇ ਤੋਂ ਉਹ ਇੱਦਾਂ ਛਾਲ ਮਾਰ ਸਕਦਾ ਸੀ। ਪਰ ਹੁਣ ਉਹ ਸਾਰੀ ਉਮਰ ਐਡੀ ਕੁ ਨਿੱਕੀ ਛਾਲ ਥੋੜ੍ਹੀ ਮਾਰੀ ਜਾਊਗਾ, ਉਸ ਨੂੰ ਕੀ ਕਰਨਾ ਪਊਗਾ, ਵਿਕਾਸ ਕਰਨਾ ਪਊਗਾ, ਆਪਣਾ ਡਿਵੈਲਪਮੈਂਟ ਕਰਨੀ ਪਊਗੀ। ਤਾਂ ਇਸ ਡਿਵੈਲਪਮੈਂਟ ਦੇ ਲਈ ਉਹ ਅਗਲੀ ਸਟੇਜ 'ਤੇ ਜਦੋਂ ਜਾਊਗਾ, ਠੀਕ ਹੈ, ਤਾਂ ਉਹ ਮੰਨ ਕੇ ਚਲੋ ਇੱਥੇ ਤੱਕ ਤਾਂ ਛਾਲ ਮਾਰ ਸਕਦਾ ਸੀ, ਫਿਰ ਉਹਨੇ ਆਪਣੀ ਛਾਲ ਥੋੜ੍ਹੀ ਜਿਹੀ ਵਧਾਉਣੀ ਹੈ। ਠੀਕ ਹੈ, ਇੱਥੇ ਤੋਂ ਮਾਰਨ ਲੱਗਣਾ, ਇੱਥੇ ਤੋਂ ਮਾਰਨ ਲੱਗਣਾ, ਤਾਂ ਇਹ ਛਾਲ ਮਾਰਨ ਦੇ ਲਈ ਉਸ ਨੂੰ ਇੱਕ ਵਿਅਕਤੀ ਦੀ ਲੋੜ ਪਊਗੀ। ਠੀਕ ਹੈ ਜੀ, ਅਤੇ ਇਹ ਜਿਹੜਾ ਜ਼ੋਨ ਹੋਏਗਾ, ਇਸ ਜ਼ੋਨ ਨੂੰ ਤਾਂ ਅਸੀਂ ਆਖਿਆ ਕਰਾਂਗੇ ZPD। ZPD ਦੀ ਫੁੱਲ ਫਾਰਮ ਹੈ ਜੀ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਯਾਨੀ ਕਿ ਸੰਭਾਵਿਤ ਵਿਕਾਸ ਦਾ ਏਰੀਆ। ਠੀਕ ਹੈ ਜੀ, ਤਾਂ ਇਸ ਖੇਤਰ ਦੇ ਵਿੱਚ ਕਿਹੜਾ ਖੇਤਰ, ਜਿੱਥੇ ਜਿਹੜੇ ਕੰਮ ਨੂੰ ਉਹ ਖੁਦ ਨਹੀਂ ਕਰ ਸਕਦਾ ਸੀ, ਆਪਣੇ ਆਪ ਕਰ ਨਹੀਂ ਸਕਦਾ ਸੀ, ਤਾਂ ਅਜਿਹਾ ਕੰਮ ਉਸਨੇ ਕਰਨਾ ਸਿੱਖਣਾ ਹੈ। ਅਜਿਹਾ ਵਿਕਾਸ ਕਰੇਗਾ ਉਹ, ਵੀ ਜਿਹੜਾ ਵਿਕਾਸ ਉਹ ਆਪਣੇ ਆਪ ਕਰ ਸਕਦਾ ਸੀ ਉਹਨੇ ਕਰ ਲਿਆ। ਠੀਕ ਹੈ, ਸੈਲਫ ਜ਼ੋਨ ਦੇ ਵਿੱਚ। ਪਰ ਹੁਣ ਉਹ ਇੱਕ ਅਜਿਹੇ ਜ਼ੋਨ ਦੇ ਵਿੱਚ ਚਲਾ ਗਿਆ ਜਿਸ ਨੂੰ ਉਹ ਆਪ ਨਹੀਂ ਕਰ ਸਕਦਾ ਸੀ, ਤਾਂ ਉੱਥੇ ਉਹ ਕਿਸੇ ਦੀ ਸਹਾਇਤਾ ਲਵੇਗਾ। ਠੀਕ ਹੈ, ਤਾਂ ਇਸ ਸਹਾਇਤਾ ਨੂੰ ਅਸੀਂ ਕੀ ਕਹਾਂਗੇ, ਸਕੈਫੋਲਡਿੰਗ ਕਹਾਂਗੇ। ਠੀਕ ਹੈ ਜੀ, ਇਸ ਸਹਾਇਤਾ ਨੂੰ ਅਸੀਂ ਸਕੈਫੋਲਡਿੰਗ ਕਹਾਂਗੇ। ਇਹਦੇ ਬਾਰੇ ਵੀ ਆਪਾਂ ਅੱਗੇ ਸਮਝਦੇ ਹਾਂ। ਠੀਕ ਹੈ, ਅਤੇ ਇਸ ਤੋਂ ਬਿਨਾਂ ਇਹ ਸਹਾਇਤਾ ਦੇਣ ਵਾਲਾ ਕੌਣ ਹੋਏਗਾ, ਇਸ ਨੂੰ ਅਸੀਂ MKO, ਯਾਨੀ ਕਿ ਕਹਿ ਸਕਦੇ ਹਾਂ ਕਿ ਮੋਰ ਨੌਲੇਜੇਬਲ ਔਦਰ। ਜਿਵੇਂ ਤੁਹਾਨੂੰ ਇੱਕ ਮੈਂ ਐਗਜ਼ੈਂਪਲ ਦਿੰਦਾ। ਠੀਕ ਹੈ, ਪਹਿਲਾਂ ਤਾਂ ਇਹ ਚੀਜ਼ ਆਪਾਂ ਸਮਝਾਂਗੇ ਬਾਅਦ ਦੇ ਵਿੱਚ। ਇੱਕ ਐਗਜ਼ੈਂਪਲ ਲਓ ਜੀ, ਮੰਨ ਕੇ ਚੱਲੋ ਆਪਾਂ ਨੇ ਛੋਟੇ ਬੱਚੇ ਨੂੰ, ਹੈ ਨਾ, ਆਪਾਂ ਨੂੰ ਪਤਾ ਲੱਗੇ ਛੋਟਾ ਬੱਚਾ ਬਾਹਰ ਜਾ ਰਿਹਾ ਹੈ, ਤਾਂ ਆਪਾਂ ਉਹਨੂੰ ਕੀ ਕਹਿੰਦੇ ਨੇ, ਵੀ ਤੂੰ ਕਿਸੇ ਸਿਆਣੇ ਨਾਲ ਵਗ ਜਾ, ਵੀ ਇਕੱਲਾ ਨਾ ਜਾ, ਤੂੰ ਨਿਆਣਾ ਤੈਨੂੰ ਪਤਾ ਨਹੀਂ, ਤੂੰ ਕਿਸੇ ਸਿਆਣੇ ਨਾਲ ਜਾ। ਤਾਂ ਆਪਾਂ ਉਸ ਦੇ ਨਾਲ ਕਿਸੇ ਸਿਆਣੇ ਵਿਅਕਤੀ ਨੂੰ ਤੋਰ ਦਿੰਦੇ ਹਾਂ। ਤਾਂ ਉਹ ਸਿਆਣਾ ਜਦੋਂ ਜਿਹਨੂੰ ਆਪਾਂ ਨਾਲ ਤੋਰਦੇ ਹਾਂ, ਆਪਾਂ ਇਹ ਨਹੀਂ ਹੈਗੇ ਆ ਵੀ ਆਪਾਂ ਮੰਨ ਕੇ ਚਲੋ 5 ਸਾਲ ਦਾ ਬੱਚਾ ਉਸ ਨੂੰ ਕਿਤੇ ਤੋਰ ਰਹੇ ਹਾਂ, ਵੀ ਉਹਦੇ ਨਾਲ ਆਪਾਂ ਐਂ ਕਹਿ ਦਈਏ ਵੀ ਤੂੰ ਤੇਰੇ ਛੋਟੇ ਭਾਈ ਨੂੰ ਲੈ ਜਾ ਨਾਲ, ਵੀ ਇਹ ਸਿਆਣਾ ਤੇਰੇ ਤੋਂ, ਕਿਉਂਕਿ ਉਹ ਆਲਰੇਡੀ ਉਸ ਤੋਂ ਵੀ ਘੱਟ ਐਕਸਪੀਰੀਅੰਸ ਰੱਖਦਾ ਛੋਟਾ। ਤਾਂ ਇਹਦਾ ਮਤਲਬ ਜਿਹੜਾ ਇਹ MKO ਹੋਏਗਾ ਨਾ, ਇਹ ਕੀ ਹੋਏਗਾ ਜੀ, ਮੋਰ ਨੌਲੇਜੇਬਲ, ਜ਼ਿਆਦਾ ਜਾਣਕਾਰੀ ਰੱਖਣ ਵਾਲਾ ਹੋਏਗਾ। ਠੀਕ ਹੈ, ਹੋ ਸਕਦਾ ਇਹ ਉਮਰ ਦੇ ਪੱਖੋਂ ਵੀ ਵੱਡਾ ਹੋਵੇ। ਠੀਕ ਹੈ,
ਤੇ ਇਸ ਤੋਂ ਬਿਨਾਂ ਨੌਲੇਜ ਦੇ ਵਿੱਚ ਵੱਡਾ ਹੋਏਗਾ, ਮੋਰ ਨੌਲੇਜੇਬਲ ਅਦਰ ਦੀ ਗੱਲ ਕੀਤੀ ਗਈ ਹੈ ਇੱਥੇ ਕਿ ਜ਼ਿਆਦਾ ਐਕਸਪੀਰੀਅੰਸ ਰੱਖਣ ਵਾਲਾ ਇਹ ਵਿਅਕਤੀ ਹੋਏਗਾ ਜੋ ਇਹ ਸਹਾਇਤਾ ਦੇਵੇਗਾ। ਠੀਕ ਹੈ ਜੀ। ਤਾਂ ਕੁੱਲ ਮਿਲਾ ਕੇ ਮੈਂ ਇਹ ਗੱਲ ਦੱਸਣਾ ਚਾਹ ਰਿਹਾ ਵੀ ਜਿਹੜਾ ਇਹ ਜ਼ੋਨ ਹੈ ਨਾ ਦੂਸਰਾ, ਇਸ ਜ਼ੋਨ ਦੇ ਵਿੱਚ ਜੇਕਰ ਬੱਚੇ ਨੇ ਵਿਕਾਸ ਕਰਨਾ ਹੈ, ਜਿਵੇਂ ਇੱਥੇ ਤੋਂ ਤਾਂ ਛਾਲ ਉਹ ਇਕੱਲਾ ਮਾਰ ਸਕਦਾ ਸੀ, ਇੱਥੇ ਤੋਂ ਛਾਲ ਮਾਰਨੀ ਸਿੱਖਣੀ ਹੈ ਤਾਂ ਉਸ ਨੂੰ ਕਿਸੇ ਦੀ ਸਹਾਇਤਾ ਲੈਣੀ ਪਵੇਗੀ। ਇਹ ਜਿਹੜੀ ਸਹਾਇਤਾ ਹੋਏਗੀ ਇਹ ਟੈਂਪਰੇਰੀ ਸਹਾਇਤਾ ਹੋਏਗੀ ਜਿਹਨੂੰ ਅਸੀਂ ਸਕੈਫੋਲਡਿੰਗ ਆਖਾਂਗੇ। ਠੀਕ ਹੈ। ਇਸ ਸਹਾਇਤਾ ਦਾ ਨਾਂ ਸਕੈਫੋਲਡਿੰਗ ਹੈ ਅਤੇ ਇਸ ਸਹਾਇਤਾ ਨੂੰ ਦੇਣ ਵਾਲਾ ਕੌਣ ਹੈ? ਮੋਰ ਨੌਲੇਜੇਬਲ ਅਦਰ ਯਾਨੀ ਕਿ MKO। ਠੀਕ ਹੈ ਜੀ। ਅਤੇ ZPD ਕੀ ਹੈ? ਇਸ ਸਾਰੀ ਕਿਰਿਆ ਦਾ ਨਾਂ ਹੈ ਜਿਹੜਾ ਇਹ ZPD ਹੈ। ਠੀਕ ਹੈ ਜੀ। ਇਸ ਤੋਂ ਬਾਅਦ ਕੁਝ ਖੇਤਰ ਹੋਰ ਆਏਗਾ, ਇਸ ਤੋਂ ਵੀ ਵੱਡੀ ਛਾਲ ਮਾਰਨੀ ਹੈ ਬੱਚੇ ਨੇ ਤਾਂ ਉਸ ਦੇ ਲਈ ਉਹ ਕੀ ਕਰੇਗਾ? ਖੁਦ ਐਕਸਪੀਰੀਅੰਸ ਕ੍ਰੀਏਟ ਕਰੇਗਾ। ਮਤਲਬ ਇਸ ਖੇਤਰ ਦੇ ਵਿੱਚ ਜੇ ਬੱਚੇ ਨੂੰ ਛਾਲ ਮਾਰਨੀ ਸਿੱਖਣੀ ਹੈ ਤਾਂ ਉਸ ਦੇ ਲਈ ਉਸ ਨੂੰ MKO ਵੀ ਨਹੀਂ ਸਹਾਇਤਾ ਕਰ ਸਕਦਾ, ਤਾਂ MKO ਉਸ ਦਾ ਸਿਰਫ ਡਿਵੈਲਪਮੈਂਟ ਕਰ ਸਕਦਾ। ਉਸ ਦੀ ਜੋ ਡਿਵੈਲਪਮੈਂਟ ਹੋਊਗੀ ਯਾਨੀ ਕਿ ਉਸ ਦਾ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਵਾਲੇ ਜ਼ੋਨ 'ਚ ਉਹ ਲੰਘ ਕੇ ਮਤਲਬ ਉਹਨੇ ਐਕਸਪੀਰੀਅੰਸ ਕ੍ਰੀਏਟ ਕਰ ਲਿਆ, ਫਿਰ ਉਹ ਹਾਈ ਜ਼ੋਨ ਦੇ ਵਿੱਚ ਵੀ ਜਾ ਸਕੇਗਾ। ਪਰ ਵਾਈਗੋਟਸਕੀ ਦੀ ਥਿਊਰੀ ਹੈ ਜਿਹੜੀ ਉਹ ZPD ਦੀ ਹੀ ਗੱਲ ਕਰਦੀ ਹੈ। ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਇਹਨੂੰ ਤੁਸੀਂ ਹੁਣ ਥੋੜ੍ਹਾ ਜਿਹਾ ਰਿਟਨ ਫਾਰਮ ਦੇ ਵਿੱਚ ਸਮਝੋ ਜੀ। ਸਕੈਫੋਲਡਿੰਗ ਪੰਜਾਬੀ ਦੇ ਵਿੱਚ ਵੀ ਇਹਨੂੰ ਅਸੀਂ ਸਕੈਫੋਲਡਿੰਗ ਹੀ ਕਹਿ ਸਕਦੇ ਹਾਂ। ਵੈਸੇ ਇਸ ਦਾ ਮੀਨਿੰਗ ਸਹਾਇਤਾ ਲਿਖ ਲਓ ਹੈ ਨਾ, ਵੀ ਸਹਾਇਤਾ ਇਹ ਇੱਕ। ਠੀਕ ਹੈ। ਤਾਂ ਸਕੈਫੋਲਡਿੰਗ ਇੱਦਾਂ ਹੀ ਤੁਹਾਨੂੰ ਪੰਜਾਬੀ ਦੇ ਵਿੱਚ ਲਿਖਿਆ ਮਿਲੇਗਾ ਪੇਪਰਾਂ ਦੇ ਵਿੱਚ। ਇਹ ਇੱਕ ਅਜਿਹੀ ਸਹਾਇਤਾ ਹੈ ਜੀ, ਇੱਕ ਅਜਿਹੀ ਹੈਲਪ ਹੈ ਜੋ ਉਦੋਂ ਤੱਕ ਦਿੱਤੀ ਜਾਵੇ ਜਦੋਂ ਤੱਕ ਸਿਖਿਆਰਥੀ ਸਿੱਖ ਨਾ ਜਾਵੇ। ਕਹਿਣ ਦਾ ਭਾਵ ਕੀ ਹੈ ਵੀ ਇਹ ਇੱਕ ਅਜਿਹੀ ਸਹਾਇਤਾ ਵੀ ਇਹ ਨਹੀਂ ਹੈਗਾ ਵੀ ਇਹ ਸਾਰੀ ਉਮਰ ਹੀ ਦਿੱਤੀ ਜਾਵੇ ਬੱਚੇ ਨੂੰ। ਠੀਕ ਹੈ। ਵੀ ਸਾਰੀ ਵੀ ਲਾਈਫ ਟਾਈਮ ਦੇ ਲਈ ਹੀ ਉਸ ਦੇ ਨਾਲ ਇੱਕ MKO ਯਾਨੀ ਕਿ ਮੋਰ ਨੌਲੇਜੇਬਲ ਅਦਰ ਰਹੀ ਜਾਵੇਗਾ। ਨਹੀਂ ਜੀ, ਇਹ ਕੁਝ ਸਮੇਂ ਦੇ ਲਈ ਦਿੱਤੀ ਜਾਂਦੀ ਹੈ। ਕਦੋਂ ਤੱਕ ਦਿੱਤੀ ਜਾਂਦੀ ਹੈ? ਜਦੋਂ ਤੱਕ ਉਹ ਕੰਮ ਨੂੰ ਕਰਨ ਸਿੱਖ ਨਹੀਂ ਜਾਂਦਾ ਬੱਚਾ। ਠੀਕ ਹੈ। ਤਾਂ ਬੱਚੇ ਨੂੰ ਮਤਲਬ ਆਪਾਂ ਇੱਕ ਬੱਚੇ 'ਤੇ ਲਾ ਕੇ ਦੇਖ ਰਹੇ ਚੀਜ਼, ਤਾਂ ਬੱਚੇ ਨੂੰ ਇਹ ਸਹਾਇਤਾ ਉਦੋਂ ਤੱਕ ਦੇਵਾਂਗੇ ਆਪਾਂ ਜਦੋਂ ਤੱਕ ਉਹ ਸਿੱਖ ਨਹੀਂ ਜਾਂਦਾ। ਜਿਵੇਂ ਮੈਂ ਛਾਲ ਮਾਰਨ ਵਾਲੀ ਤੁਹਾਨੂੰ ਉਦਾਹਰਨ ਦੱਸੀ ਸੀ। ਠੀਕ ਹੈ। ਤਾਂ ਛਾਲ ਮਾਰਨੀ ਬੱਚਾ ਜਦੋਂ ਸਿੱਖ ਗਿਆ ਉਦੋਂ MKO ਦਾ ਕੋਈ ਰੋਲ ਨਹੀਂ ਰਿਹਾ। ਠੀਕ ਹੈ। ਤਾਂ ਉਦੋਂ MKO ਦਾ ਕੋਈ ਰੋਲ ਨਹੀਂ ਰਿਹਾ। ਦੇਖੋ ਜਿਵੇਂ ਤੁਹਾਨੂੰ ਦੱਸਿਆ ਇੱਥੇ ਤਾਂ ਬੱਚਾ ਖੁਦ ਛਾਲ ਮਾਰ ਲੈਂਦਾ ਸੀ, ਇੱਥੇ ਤੋਂ ਛਾਲ ਮਾਰਨ ਦੇ ਲਈ ਉਹਦੇ ਕੋਲ ਕੌਣ ਆਇਆ? MKO ਯਾਨੀ ਕਿ ਮੋਰ ਨੌਲੇਜੇਬਲ ਅਦਰ, ਕੋਈ ਹੋਰ ਜਿਸ ਨੂੰ ਤਜਰਬਾ ਸੀ ਛਾਲ ਮਾਰਨ ਦਾ। ਠੀਕ ਹੈ। ਤਾਂ ਉਸ ਨੇ ਦੇਖ ਰੇਖ ਦੇ ਵਿੱਚ ਬੱਚੇ ਨੂੰ ਵੀ ਛਾਲ ਮਾਰਨੀ ਸਿਖਾਤੀ ਅਤੇ ਹੁਣ ਉਹ ਸਿਖਾਉਣ ਵਾਲਾ ਆਪਦੇ ਰਾਹ 'ਤੇ ਹੈ, ਸਿੱਖਣ ਵਾਲਾ ਆਪਦੇ ਰਾਹ 'ਤੇ ਹੈ। ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਕੁਝ ਸਮੇਂ ਲਈ ਦਿੱਤੀ ਜਾਣ ਵਾਲੀ ਸਹਾਇਤਾ ਸੀ। ਇਹਨੂੰ ਅਸੀਂ ਕੀ ਕਹਿ ਸਕਦੇ? ਇਹ ਇੱਕ ਟੈਂਪਰੇਰੀ ਹੈਲਪ ਸੀ। ਠੀਕ ਹੈ ਜੀ। ਕਿ ਟੈਂਪਰੇਰੀ ਹੈਲਪ ਸੀ ਜਾਂ ਕਹਿ ਲਓ ਇਹ ਕੁਝ ਸਮੇਂ ਲਈ ਦਿੱਤੀ ਜਾਣ ਵਾਲੀ ਸਹਾਇਤਾ ਸੀ। ਠੀਕ ਹੈ ਜੀ। ਇਸ ਤੋਂ ਬਾਅਦ ਬੱਚਾ ਆਪਦੇ ਰਾਹ 'ਤੇ ਉਹ ਵੱਡੀਆਂ ਛਾਲਾਂ ਮਾਰਨੀਆਂ ਸਿੱਖੂਗਾ ਆਪਦੇ ਡਿਵੈਲਪਮੈਂਟ ਦੇ ਬੇਸ 'ਤੇ। ਠੀਕ ਹੈ। MKO ਆਪਦੇ ਰਾਹ 'ਤੇ। ਇਹਨੂੰ ਥੋੜ੍ਹਾ ਜਿਹਾ ਰਿਟਨ ਫਾਰਮ ਦੇ 'ਚ ਇੱਦਾਂ ਵੀ ਦੇਖ ਲਓ। ਇਸ ਦਾ ਉਦੇਸ਼ ਉਹ ਸਿਖਾਉਣਾ ਹੈ ਜੋ ਸਿਖਿਆਰਥੀ ਆਪਣੇ ਆਪ ਨਹੀਂ ਸਿੱਖ ਸਕਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਦੇਖੋ ਇਹ ਜਿਹੜਾ ਬਲੈਕ ਬਾਕਸ ਸੀ ਆਪਣੇ ਕੋਲ, ਠੀਕ ਹੈ, ਇਹ ਤਾਂ ਬੱਚਾ ਆਟੋਮੈਟਿਕਲੀ ਛਾਲ ਮਾਰ ਸਕਦਾ ਸੀ। ਇੱਥੇ MKO ਦੀ ਕੀ ਲੋੜ ਪਈ? ਇੱਥੇ ਸਕੈਫੋਲਡਿੰਗ ਦੀ ਕੋਈ ਲੋੜ ਹੀ ਨਹੀਂ ਪਈ। ਤਾਂ ਸਕੈਫੋਲਡਿੰਗ ਇੱਕ ਅਜਿਹੀ ਹੈਲਪ ਹੈ ਜੋ ਉਦੋਂ ਦਿੱਤੀ ਜਾਂਦੀ ਹੈ ਜਦੋਂ ਉਹ ਖੁਦ ਨਹੀਂ ਕਰਨ ਦੇ ਯੋਗ, ਤਾਂ ਉਸ ਨੂੰ ਕਿਸੇ ਦੀ ਲੋੜ ਪਈ ਹੈ। ਠੀਕ ਹੈ ਜੀ। ਇੱਕ ਸਾਈਕਲ ਵਾਲੀ ਵੀ ਮੈਂ ਤੁਹਾਨੂੰ ਉਦਾਹਰਨ ਦੇਵਾਂਗਾ। ਪਹਿਲਾਂ ਇਹਨੂੰ ਆਪਾਂ ਰਿਟਨ ਫਾਰਮ 'ਚ ਸਮਝ ਲੈਂਦੇ ਹਾਂ। ਮੋਰ ਨੌਲੇਜੇਬਲ ਅਦਰ, ਸਹਾਇਤਾ ਦੇਣ ਵਾਲਾ। ਜੋ ਸਹਾਇਤਾ ਸੀ, ਸਹਾਇਤਾ ਦਾ ਨਾਂ ਤਾਂ ਹੈਗਾ ਜੀ ਸਕੈਫੋਲਡਿੰਗ, ਅਤੇ ਸਹਾਇਤਾ ਦੇਣ ਵਾਲਾ ਕੌਣ ਹੈ? MKO ਯਾਨੀ ਕਿ ਮੋਰ ਨੌਲੇਜੇਬਲ ਅਦਰ। ਸਹਾਇਤਾ ਦੇਣ ਵਾਲਾ ਇਹ ਜੋ ਸਿਖਿਆਰਥੀ ਤੋਂ ਜ਼ਿਆਦਾ ਜਾਣਕਾਰ ਹੋਵੇ। ਠੀਕ ਹੈ। ਜਿਹੜਾ ਸਿੱਖਣ ਵਾਲਾ ਹੈ, ਜਿਵੇਂ ਆਪਾਂ ਬੱਚੇ ਦੀ ਉਦਾਹਰਨ ਲੈ ਰਹੇ ਹਾਂ, ਬੱਚੇ ਤੋਂ ਜ਼ਿਆਦਾ ਜਾਣਕਾਰ ਹੋਵੇ ਜੀ। ਇਹ ਨਾ ਹੋਵੇ ਵੀ ਉਹਨੂੰ ਖੁਦ ਨੂੰ ਛਾਲ ਨਹੀਂ ਮਾਰਨੀ ਆਉਂਦੀ ਅਤੇ ਉਹ ਬੱਚੇ ਨੂੰ ਸਿਖਾਉਣ ਜਾ ਰਿਹਾ, ਉਹ ਲੱਤ ਬਾਂਹ ਤੜਾ ਦੂਗਾ ਬੱਚੇ ਦੀ, ਆਪ ਵੀ ਪਹਿਲਾਂ ਉਹਨੇ ਕਦੇ ਤੜਵਾਈ ਹੋਣੀ। ਠੀਕ ਹੈ ਜੀ। ਤਾਂ ਇਸ ਦੇ ਵਿੱਚ ਕੌਣ ਕੌਣ ਸ਼ਾਮਲ ਹੋ ਸਕਦੇ ਨੇ? ਅਡਲਟਸ। ਠੀਕ ਹੈ। ਇਸ ਤੋਂ ਬਿਨਾਂ ਮੋਰ ਸਕਿਲਡ ਪੀਅਰਸ, ਹੋ ਸਕਦਾ ਵੀ ਆਪਣੇ ਕੋਈ ਪੀਅਰਸ ਦੇ ਵਿੱਚੋਂ ਜ਼ਿਆਦਾ ਸਕਿੱਲਫੁੱਲ ਹੈ, ਵੀ ਆਪਣੇ ਮੰਨ ਕੇ ਚਲੋ ਕਲਾਸਮੇਟ ਹੀ ਹੈ ਕੋਈ, ਹੈ ਨਾ, ਪਰ ਉਹ ਕੀ ਹੈ ਵੀ ਉਹ ਸਿੱਖ ਰਿਹਾ, ਉਹ ਉਸ ਦਾ ਤਜਰਬਾ ਹੋ ਰਿਹਾ। ਠੀਕ ਹੈ। ਮੋਰ ਸਕਿਲਡ ਹੈ ਉਹ। ਇਸ ਤੋਂ ਬਿਨਾਂ ਆਪਾਂ ਗੱਲ ਕਰੀਏ ਐਲਡਰਸ ਹੋ ਸਕਦੇ ਨੇ ਸਾਡੇ ਨਾਲ ਵੱਡੇ, ਹੈ ਨਾ, ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੱਤੀ ਹੈ ਵੀ ਕੀ ਕਹਿ ਦਿੰਦੇ ਨੇ ਕਈ ਵਾਰ ਘਰ ਦੇ ਛੋਟਾ ਬੱਚਾ ਜਾ ਰਿਹਾ ਕੋਈ ਬਾਹਰ ਜਾਣਾ, ਉਸਨੇ ਆਪਾਂ ਕੀ ਕਹਿ ਦਿੰਦੇ ਤੂੰ ਕਿਸੇ ਸਿਆਣੇ ਨਾਲ ਵਗ ਜਾ ਭਾਈ, ਇਕੱਲਾ ਨਾ ਜਾ। ਠੀਕ ਹੈ। ਉਹ ਸਿਆਣਾ ਕੌਣ ਹੈ? MKO ਹੈ। ਠੀਕ ਹੈ। ਤਾਂ ਇਸ ਤਰੀਕੇ ਨਾਲ ਇੱਕ ਮੈਂ ਤੁਹਾਨੂੰ ਇੱਥੇ ਇੱਕ ਹੋਰ ਐਗਜ਼ਾਮਪਲ ਦੇਣੀ ਚਾਹਾਂਗਾ। ਮੰਨ ਕੇ ਚੱਲੋ ਬੱਚੇ ਨੇ ਸਾਈਕਲ ਚਲਾਉਣਾ ਸਿੱਖਣਾ ਜੀ। ਆਪਾਂ ਸਾਈਕਲ ਛਾਪ ਲੈਂਦੇ ਹਾਂ ਪਹਿਲਾਂ ਇੱਕ ਇਹ ਜਿਹਾ। ਠੀਕ ਹੈ। ਤਾਂ ਬੱਚੇ ਨੇ ਸਾਈਕਲ ਚਲਾਉਣਾ ਸਿੱਖਣਾ। ਇਸ ਦਾ ਜਿਹੜਾ ਹੈਂਡਲ ਹੈ, ਜਦੋਂ ਬੱਚਾ ਦੇਖੋ ਆਪਾਂ ਕੀ ਕਹਾਂਗੇ, ਗੱਲ ਸੁਣੋ, ਇੱਕ ਜਿਹੜਾ ਮਤਲਬ MKO ਹੋਏਗਾ ਯਾਨੀ ਕਿ ਸਾਈਕਲ ਸਿਖਾਉਣ ਵਾਲਾ ਜਿਹੜਾ ਸਿਆਣੇ ਨਾਲ, ਆਪਾਂ ਸਿਆਣੇ ਦੀ ਉਦਾਹਰਨ ਲੈ ਲਓ, ਜਿਹੜਾ ਨਾਲ ਸਿਆਣਾ ਉਹ ਪਿੱਛੇ ਤੋਂ ਸਾਈਕਲ ਫੜ ਕੇ ਖੜ੍ਹ ਜਾਏਗਾ, ਕਹਿ ਦੇਗਾ ਮੈਂ ਫੜ ਜਾਈ ਸਾਈਕਲ। ਤਾਂ ਸਾਈਕਲ ਫੜਨ ਵਾਲਾ ਕੌਣ ਹੈ? MKO। MKO ਯਾਨੀ ਕਿ
ਕਹਿ ਸਕਦੇ ਆਪਾਂ ਮੋਰ ਨੌਲੇਜੇਬਲ ਅਦਰ ਹੈ, ਠੀਕ ਹੈ। ਅਤੇ ਇਸ ਤੋਂ ਬਿਨਾਂ ਇਹ ਤਾਂ ਆਪਾਂ ਹੋ ਗਿਆ ਸਾਈਕਲ ਫੜਨ ਵਾਲਾ, ਜਿਹੜਾ ਕਹੂਗਾ ਮੈਂ ਸਾਈਕਲ ਫੜ ਕੇ ਰੱਖਦਾ। ਅਤੇ ਇਸ ਤੋਂ ਬਾਅਦ ਜਿਹੜਾ ਬੱਚਾ ਸਿਖਿਆਰਥੀ ਹੈ, ਠੀਕ ਹੈ, ਉਹ ਕੀ ਕਰੂਗਾ, ਆਪਣੇ ਆਪ ਹੈਂਡਲ ਫੜ ਲੂਗਾ। ਤਾਂ ਇਹ ਉਸਦਾ ਕੀ ਸੀ, ਸੈਲਫ ਜ਼ੋਨ ਸੀ, ਵੀ ਉਸਨੂੰ ਹੈਂਡਲ ਫੜਨ ਦਾ ਪਤਾ ਹੀ ਹੈ ਵੀ ਐਂ ਹੈਂਡਲ ਦੇ ਹੱਥ ਪਾਉਣੇ ਤਾਂ ਪਤਾ ਹੀ ਹੈ ਉਸਨੂੰ, ਕਿਉਂਕਿ ਇੱਦਾਂ ਐਕਸਪੀਰੀਅੰਸ ਹੋ ਰਿਹਾ ਇੰਨਾ ਕੁ ਦਾ, ਠੀਕ ਹੈ। ਇਹ ਉਸਦਾ ਸੈਲਫ ਜ਼ੋਨ ਸੀ। ਅਤੇ ਇਸ ਤੋਂ ਬਿਨਾਂ ਉਹ ਕੀ ਕਰੂਗਾ, ਕਹੂਗਾ ਇਹਨੂੰ ਵੀ ਪੈਂਡਲ ਮਾਰ, ਅੱਗੇ ਦੇਖ ਇੱਦਾਂ। ਅਤੇ ਉਹ ਸਾਈਕਲ ਦਾ ਮਤਲਬ ਥੋੜ੍ਹੀ ਜਿਹੀ ਸਹਾਇਤਾ ਕਰ ਰਿਹਾ, ਕਹਿ ਰਹੇ ਵੀ ਚੱਲ ਤੂੰ ਐਵੇਂ ਅੱਗੇ ਪੈਂਡਲ ਮਾਰ, ਥੋੜ੍ਹਾ ਜਿਹਾ ਅੱਗੇ ਰੁੜੂਗਾ। ਤਾਂ MKO ਕੌਣ ਹੈ, ਸਾਈਕਲ ਨੂੰ ਪਿੱਛੇ ਤੋਂ ਫੜਨ ਵਾਲਾ, ਠੀਕ ਹੈ, ਸਿਖਿਆਰਥੀ ਉਸ ਨੂੰ ਸਿੱਖ ਰਿਹਾ ਹੈ। ਅਤੇ ਉਸਦਾ ਸੈਲਫ ਜ਼ੋਨ ਕੀ ਹੈ ਜੀ, ਕਿ ਉਹ ਹੈਂਡਲ ਫੜਨਾ ਖੁਦ ਹੀ ਜਾਣਦਾ ਹੈ। ਅਤੇ ਸਹਾਇਤਾ ਕੀ ਦਿੱਤੀ ਜਾ ਰਹੀ ਹੈ, ਉਸਦੀ ਸਹਾਇਤਾ ਕੀਤੀ ਜਾ ਰਹੀ ਵੀ ਤੂੰ ਪੈਂਡਲ ਮਾਰਨਾ ਸਿੱਖ, ਅੱਗੇ ਵੱਧ, ਠੀਕ ਹੈ। ਅਤੇ ਇਹ ਉਸ ਤੋਂ ਬਾਅਦ ਕੀ ਕਰੂਗਾ, ਉਹ ਸਾਈਕਲ ਨੂੰ ਛੱਡ ਵੀ ਦਊਗਾ। ਜਿਹੜਾ MKO ਹੈ ਉਹ ਸਾਈਕਲ ਨੂੰ ਛੱਡ ਦਊਗਾ ਵੀ ਇਹਨੂੰ ਆਪ ਹੀ ਜਾਣ ਦੇ ਅੱਗੇ, ਠੀਕ ਹੈ। ਤਾਂ ਉਹ ਕਦੋਂ ਤੱਕ ਇਸ ਤਰ੍ਹਾਂ ਕਰੂਗਾ, ਮਤਲਬ ਪਿੱਛੇ ਸਾਈਕਲ ਕਦੋਂ ਤੱਕ ਫੜੂਗਾ, ਜਦੋਂ ਤੱਕ ਉਹ ਚੰਗੀ ਤਰ੍ਹਾਂ ਸਿੱਖ ਨਹੀਂ ਜਾਂਦਾ। ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਸਾਰੀ ਉਮਰ ਜਿੱਥੇ ਵੀ ਉਹ ਜਾਇਆ ਕਰੂਗਾ ਵੀ ਮਗਰ ਸਾਈਕਲ ਫੜ ਕੇ ਉਹਦੇ ਮਗਰ ਭੱਜੀ ਜਾਇਆ ਕਰੂਗਾ, ਮਾਰ ਦਊਂਗੇ ਵਿਚਾਰੇ ਨੂੰ ਭਜਾ ਕਿੱਦਾਂ ਦਾ, ਠੀਕ ਹੈ, ਇੱਦਾਂ ਨਹੀਂ ਹੁੰਦਾ। ਤਾਂ ਕਹਿਣ ਦਾ ਭਾਵ ਕੀ ਹੈ, ਉਹ ਕੁਝ ਸਮੇਂ ਦੇ ਲਈ ਸਹਾਇਤਾ ਦੇਵੇਗਾ। ਇਸ ਨੂੰ ਅਸੀਂ ਕੀ ਕਹਾਂਗੇ, ਇਹ ਕੀ ਇੱਕ ਟੈਂਪਰੇਰੀ ਹੈਲਪ ਹੈ ਜੀ। ਕੀ ਹੈ ਇਹ, ਟੈਂਪਰੇਰੀ ਹੈਲਪ, ਇੱਕ ਅਜਿਹੀ ਹੈਲਪ ਹੈ ਜੋ ਉਦੋਂ ਤੱਕ ਦਿੱਤੀ ਜਾਂਦੀ ਹੈ ਜਦੋਂ ਤੱਕ ਬੱਚਾ ਸਿੱਖ ਨਾ ਜਾਵੇ, ਠੀਕ ਹੈ। ਤਾਂ ਇਸ ਤਰ੍ਹਾਂ ਆਪਾਂ ਕੀ ਕਹਿ ਸਕਦੇ ਹਾਂ, ਜਿਹੜਾ MKO ਆਇਆ, ਇਸ ਤੋਂ ਬਿਨਾਂ ਸਕੈਫੋਲਡਿੰਗ ਆਈ, ਠੀਕ ਹੈ, ਇਹ ਸਭ ਚੀਜ਼ਾਂ ਮਿਲ ਕੇ ਕੀ ਬਣ ਗਿਆ ਜੀ, ਇੱਕ ZPD ਬਣ ਗਿਆ, ਜਿਹਨੂੰ ਅਸੀਂ ਕਹਿੰਦੇ ਹਾਂ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਆਖਦੇ ਹਾਂ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹ ਬਣ ਗਿਆ ਜੀ ZPD। ਅਤੇ ਇਸ ਨੂੰ ਬਸ ਇੱਦਾਂ ਡਾਇਗਰਾਮ ਦੇ ਥਰੂ ਇਹ ਸਮਝ ਲਓ, ਜਿਹੜਾ ਇਹ ਗ੍ਰੀਨ ਕਲਰ ਦੇ ਵਿੱਚ, ਇਸ ਦੇ ਵਿੱਚ ਕੀ ਕੁਛ ਆ ਗਿਆ, ਲਰਨਰ ਆ ਗਿਆ, ਸਿੱਖਣ ਵਾਲਾ। ਸਕੈਫੋਲਡਿੰਗ ਸਹਾਇਤਾ ਦਾ ਨਾਂ ਹੈ ਜੀ, ਸਕੈਫੋਲਡਿੰਗ। ਅਤੇ ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ, ਮਤਲਬ ਹੋਰ ਰੂਪ ਦੇ ਵਿੱਚ ਹਿੰਟ ਕਿਹਾ ਜਾ ਸਕਦਾ ਹੈ ਵੀ ਬੱਚੇ ਨੂੰ, ਮਤਲਬ ਇਹ ਤਾਂ ਆਪਾਂ ਸਾਈਕਲਾਂ 'ਤੇ ਲਾਈਆਂ ਨੇ ਐਗਜ਼ੈਂਪਲਾਂ। ਹੁਣ ਬੱਚਾ ਸਿਲੇਬਸ 'ਚ ਸਾਈਕਲ ਥੋੜ੍ਹੀ ਸਿੱਖੇਗਾ, ਮਤਲਬ ਹੋਰ ਚੀਜ਼ਾਂ ਵੀ ਹੈ ਨਾ, ਵੀ ਟੀਚਰ ਉਹ ਬੱਚੇ ਨੂੰ ਕੋਈ ਸਮੱਸਿਆ ਆ ਗਈ, ਸਵਾਲ ਕੱਢਦੇ ਕੋਈ ਪ੍ਰੋਬਲਮ ਆ ਗਈ, ਤਾਂ ਉਹ ਕੀ ਕਰੇਗਾ ਜੀ, ਸਵਾਲ ਕੱਢਦੇ ਉਸਨੂੰ ਹਿੰਟ ਦੇ ਦੇਗਾ, ਬੱਚੇ ਇਹਨੂੰ ਇੱਦਾਂ ਕਰਦੇ, ਜੋੜ ਕਰਦੇ, ਘਟਾ ਕਰਦੇ, ਇਹਦਾ ਹਿੰਟ ਦੇਗਾ। ਉਹ ਹਿੰਟ ਕਦੋਂ ਤੱਕ ਦੇਊਗਾ, ਜਦੋਂ ਤੱਕ ਬੱਚਾ ਉਸ ਸਵਾਲ ਨੂੰ ਕਰਨਾ ਸਿੱਖ ਨਾ ਜਾਵੇ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਕੁੱਲ ਮਿਲਾ ਕੇ ਇਹ ਕੀ ਹੈ ਜੀ, ਇੱਕ ਹਿੰਟ ਹੈ, ਸਕੈਫੋਲਡਿੰਗ ਕੀ ਹੈ, ਇੱਕ ਹਿੰਟ ਹੈ, ਇੱਕ ਹੈਲਪ ਹੈ, ਇੱਕ ਟੈਂਪਰੇਰੀ ਹੈਲਪ ਹੈ ਜੋ ਉਦੋਂ ਤੱਕ ਦਿੱਤੀ ਜਾਂਦੀ ਹੈ ਜਦੋਂ ਤੱਕ ਬੱਚਾ ਸਿੱਖ ਨਾ ਜਾਵੇ, ਠੀਕ ਹੈ ਜੀ। ਅਤੇ ਹੁਣ ਦੇਖੋ, ਮੈਂ ਜਿਵੇਂ ਤੁਹਾਨੂੰ ਸਵਾਲ ਵਾਲੀ ਉਦਾਹਰਨ ਦਿੱਤੀ ਹੈ, ਬੱਚਾ ਕੀ ਕਰਦਾ ਕਈ ਵਾਰ 1/2, ਠੀਕ ਹੈ, ਅਤੇ ਇੱਦਾਂ 1, ਇਹਨਾਂ ਨੂੰ ਜੋੜਨ ਵੇਲੇ ਗਲਤੀ ਕੀ ਕਰਦਾ ਵੀ ਉਹ 1 ਅਤੇ 1 ਨੂੰ ਜੋੜ ਲੈਂਦਾ, ਇੱਦਾਂ 2/2 ਲਿਖ ਦਿੰਦਾ ਹੈ, ਠੀਕ ਹੈ, ਜਦ ਕਿ ਇਹ ਗਲਤ ਹੈ। ਅਤੇ ਉਸ ਤੋਂ ਬਾਅਦ ਟੀਚਰ ਉਹਨੂੰ ਦੱਸੇਗਾ ਕਿ ਰਾਜੇ ਇੱਦਾਂ ਨਾ ਕਰ, ਤੂੰ ਇੱਦਾਂ ਕਰ, ਇਹਦੇ ਨੀਚੇ 1 ਲਗਾ ਕੇ ਇਹਨਾਂ ਦਾ LCM ਵਗੈਰਾ ਇੱਦਾਂ ਲੈ ਲੈ, ਠੀਕ ਹੈ, ਇੱਥੇ 1 + 2 ਕਰ ਲੈ, ਇੱਦਾਂ ਮਲਟੀਪਲਾਈ ਕਰ ਲੈ ਇਹਨਾਂ ਦੀ, ਹੈ ਨਾ। ਤਾਂ ਇੱਦਾਂ ਕਹੂਗਾ ਵੀ 3/2 ਕਰ ਲੈ। ਤਾਂ ਮਤਲਬ ਹਿੰਟ ਦਊਗਾ ਵੀ ਇਹਦੇ ਨੀਚੇ ਇੱਦਾਂ ਕਰ ਲੈ, ਐਵੇਂ ਕਰ ਲੈ, ਮਤਲਬ ਇੱਕ ਵਾਰ ਹਿੰਟ ਤਾਂ ਦਊਗਾ, ਪਰ ਇਹਦਾ ਮਤਲਬ ਇਹ ਨਹੀਂ ਨਾ ਵੀ ਟੀਚਰ ਉਹਨੂੰ ਸਾਰੀ ਉਮਰ ਪੇਪਰ ਕਰਾਈ ਜਾਊਗਾ, ਪੇਪਰ 'ਚ ਵੀ ਕਹਿ ਦੂਗਾ ਲੈ ਆ ਜਾ ਮੈਂ ਤੈਨੂੰ ਹਿੰਟ ਦੇਵਾਂ, ਬਰਾਬਰ ਬਹਿ ਜਾਊਗਾ ਜਾ ਕੇ, ਇੱਦਾਂ ਨਹੀਂ ਨਾ ਹੋਊਗਾ। ਤਾਂ MKO ਥੋੜ੍ਹੇ ਸਮੇਂ ਲਈ ਰਹੂਗਾ, ਠੀਕ ਹੈ। ਅਤੇ ਇਹ ਸਭ ਚੀਜ਼ਾਂ ਦਾ ਮਕਸਦ ਕੀ ਹੈ, ਸਿੱਖਿਆਵਾਂ ਡਿਵੈਲਪ ਕਰਨਾ, ਠੀਕ ਹੈ। ਤਾਂ ਇਸ ਤਰ੍ਹਾਂ ਇਸ ਨੂੰ ਅਸੀਂ ਨੇ ਆਖਤਾ ਡਿਵੈਲਪਮੈਂਟ ਜ਼ੋਨ, ਠੀਕ ਹੈ ਜੀ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਉਮੀਦ ਹੈ ਕਿ ਤੁਸੀਂ ਇਸ ਚੀਜ਼ ਨੂੰ ਸਮਝ ਗਏ ਹੋਵੋਗੇ। ਇਸ ਤੋਂ ਬਾਅਦ ਅਸੀਂ ਸਮਝਦੇ ਹਾਂ ਕਿ ਵਾਈਗੋਟਸਕੀ ਦੇ ਲੈਂਗੁਏਜ ਦੇ ਬਾਰੇ ਕੀ ਵਿਚਾਰ ਨੇ, ਜੋ ਇੱਕ ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ ਜੀ, ਠੀਕ ਹੈ। ਭਾਸ਼ਾ ਬਾਰੇ ਵਿਗੋਸਟੀ ਦੇ ਵਿਚਾਰ, ਵਿਗੋਸਟੀ ਅਬਾਊਟ ਲੈਂਗੁਏਜ। ਤਾਂ ਦੇਖੋ ਜੀ, ਇਹ ਕੀ ਆਖਦਾ, ਕਹਿੰਦਾ ਭਾਸ਼ਾ ਹੈ ਜਿਹੜੀ ਉਹ ਟੂਲ ਹੈ, ਮਨੁੱਖ ਹੈ ਜਿਹੜਾ ਉਹ ਭਾਸ਼ਾ ਨੂੰ ਐਜ਼ ਏ ਟੂਲ ਯੂਜ਼ ਕਰ ਰਿਹਾ ਹੈ। ਮਤਲਬ ਕਿ ਮਨੁੱਖ ਦੇ ਲਈ ਭਾਸ਼ਾ ਇੱਕ ਔਜ਼ਾਰ ਯਾਨੀ ਕਿ ਸੰਦ ਦਾ ਕੰਮ ਕਰਦੀ ਹੈ। ਜਿਵੇਂ ਆਪਣੇ ਤੁਸੀਂ ਆਲੇ ਦੁਆਲੇ ਦੇਖੋ ਵੀ ਤੁਹਾਡੇ ਕੁਛ ਨਾ ਕੁਛ ਸਾਧਨ ਨੇ, ਸੰਦ ਨੇ, ਹੈ ਨਾ। ਕੋਈ ਮਤਲਬ ਕੋਈ ਸਾਧਨ ਹੋ ਸਕਦਾ, ਕੋਈ ਲਿਖਣ ਨਾਲ ਰਿਲੇਟਡ ਚੀਜ਼ ਹੋ ਸਕਦੀ, ਜਿਵੇਂ ਮੰਨ ਕੇ ਚੱਲੋ ਤੁਸੀਂ ਲੇਖ ਲਿਖਣਾ, ਉਸ ਦੇ ਲਈ ਪੈੱਨ ਇੱਕ ਔਜ਼ਾਰ ਦਾ ਕੰਮ ਕਰਦੇ ਤੁਹਾਡੇ ਲਈ। ਇਸੇ ਤਰ੍ਹਾਂ ਮਨੁੱਖ ਦੇ ਲਈ ਭਾਸ਼ਾ ਜਿਹੜੀ ਉਹ ਕੀ ਹੈ, ਟੂਲ ਹੈ। ਇਹ ਗੱਲ ਵਾਈਗੋਟਸਕੀ ਆਖਦਾ, ਮੈਂ ਨਹੀਂ ਆਖਦਾ, ਠੀਕ ਹੈ ਜੀ। ਤਾਂ ਲੈਂਗੁਏਜ ਐਂਡ ਥੋਟਸ ਆਰ ਇੰਡੀਪੈਂਡੈਂਟ, ਠੀਕ ਹੈ। ਅਤੇ ਇਹ ਕੀ ਆਖਦਾ, ਕਹਿੰਦਾ ਥੋਟਸ ਅਲੱਗ ਹੈ, ਠੀਕ ਹੈ, ਅਤੇ ਲੈਂਗੁਏਜ ਅਲੱਗ ਹੈ ਸਟਾਰਟਿੰਗ ਦੇ ਵਿੱਚ, ਠੀਕ ਹੈ। ਮਤਲਬ ਕਿ ਸਟਾਰਟਿੰਗ ਪੀਰੀਅਡ ਦੇ ਵਿੱਚ ਇਹ ਕੀ ਆਖਦਾ, ਕਹਿੰਦਾ ਵੀ ਇਹ ਦੋਨੇ ਆਪਸ ਵਿੱਚ ਸੁਤੰਤਰ ਨੇ। ਨਾ ਮੈਂ ਇਹ ਕਹਿੰਦਾ ਵੀ ਭਾਸ਼ਾ ਪਹਿਲਾਂ ਆਈ, ਕਹਿੰਦਾ ਨਾ ਮੈਂ ਇਹ ਕਹਿੰਦਾ ਵੀ ਪਹਿਲਾਂ ਥੋਟਸ ਆਉਣਗੇ ਪਿਆਜੇ ਦੀ ਤਰ੍ਹਾਂ, ਹੈ ਨਾ। ਤਾਂ ਪਿਆਜੇ ਆਖਦਾ ਵੀ ਪਹਿਲਾਂ ਥੋਟਸ ਆਏ ਫਿਰ ਲੈਂਗੁਏਜ ਆਈ। ਤਾਂ ਉਹ ਕਹਿੰਦਾ ਮੈਂ ਇੱਦਾਂ ਨਹੀਂ ਆਖਦਾ, ਕਹਿੰਦਾ ਚੱਲ ਭਾਸ਼ਾ ਠੀਕ ਹੈ, ਅਲੱਗ ਚੀਜ਼ ਹੋਣੀ, ਵਿਚਾਰ ਅਲੱਗ ਚੀਜ਼ ਹੋਣੀ, ਮਤਲਬ ਮੋਰੇ ਨਿਕਲ ਗਿਆ ਇਹ, ਨਾ ਉੱਧਰ ਦਾ ਨਾ ਉੱਧਰ ਦਾ, ਠੀਕ ਹੈ। ਤਾਂ ਇਸ ਤਰੀਕੇ ਨਾਲ ਸਟਾਰਟਿੰਗ ਦੇ ਵਿੱਚ ਇਹ ਇਹਨਾਂ ਨੂੰ ਇੰਡੀਪੈਂਡੈਂਟ ਆਖਦਾ ਹੈ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਪ੍ਰਾਈਵੇਟ ਸਪੀਚ, ਠੀਕ ਹੈ, ਪ੍ਰਾਈਵੇਟ ਸਪੀਚ ਦੇ ਬਾਰੇ ਇਸ ਦਾ ਵਾਈਗੋਟਸਕੀ ਦਾ ਜਿਹੜਾ ਵਿਚਾਰ ਹੈ ਉਹ ਬਿਲਕੁਲ ਕਲੀਅਰ ਹੈ। ਉਹ ਕੀ ਆਖਦਾ, ਕਹਿੰਦਾ ਸਾਡੇ ਅੰਦਰ ਕੁਝ ਅੰਦਰੂਨੀ, ਮਤਲਬ ਇੱਕ ਸਪੀਚ, ਹੈ ਨਾ, ਵੀ ਆਪਾਂ ਆਪਣੇ ਆਪ ਨਾਲ ਗੱਲਬਾਤ ਜੀ ਕਰਦੇ ਹਾਂ। ਕਈ ਵਾਰ ਆਪਾਂ ਕੰਮ ਕਰਦੇ ਕਹਿ ਦਿੰਦੇ ਹਾਂ, ਉਹ ਮਤਲਬ ਆਪਣੇ ਆਲੇ ਦੁਆਲੇ ਚਾਹੇ ਕੋਈ ਨਾ ਹੋਵੇ, ਆਪਾਂ ਕੀ ਕਹਿ ਦਿੰਦੇ ਹਾਂ,
ਹਾਏ ਇਹ ਕੀ ਹੋ ਗਿਆ ਯਾਰ, ਆਪਾਂ ਮਤਲਬ ਆਪਣੇ ਆਪ ਨੂੰ ਹੀ ਕਈ ਵਾਰ ਬੋਲਣ 'ਚ ਲੱਗ ਜਾਂਦੇ ਹਾਂ, ਆਪਣੇ ਆਪ ਨਾਲ ਗੱਲਾਂ ਜਿਹੀਆਂ ਕਰਨ ਲੱਗ ਜਾਂਦੇ ਹਾਂ। ਤਾਂ ਇਸ ਚੀਜ਼ ਨੂੰ ਜਿਹੜਾ ਵਾਈਗੋਟਸਕੀ ਹੈ ਉਹ ਕੀ ਆਖਦਾ ਜੀ, ਪ੍ਰਾਈਵੇਟ ਸਪੀਚ ਆਖਦਾ। ਠੀਕ ਹੈ, ਤਾਂ ਪ੍ਰਾਈਵੇਟ ਸਪੀਚ ਇਸ ਨੂੰ ਆਖਦਾ। ਅਤੇ ਜਦ ਕਿ ਆਪਾਂ ਇਹ ਚੀਜ਼ ਵੀ ਥੋੜ੍ਹੀ ਜਿਹੀ ਡਿਸਕਸ ਕਰਨੀ ਬਣਦੀ ਹੈ ਪਿਆਜ਼ੇ ਬਾਰੇ, ਕਿਉਂਕਿ ਇੱਥੇ ਫਿਰ ਜਦੋਂ ਤੁਸੀਂ ਦੋਨੇ ਚੀਜ਼ਾਂ ਨੂੰ ਸਮਝੋਗੇ ਤਾਂ ਕਲੈਰਿਟੀ ਵੱਡੀ ਆਏਗੀ। ਠੀਕ ਹੈ ਜੀ, ਕਨਫਿਊਜ਼ਨ ਤੋਂ ਕਲੈਰਿਟੀ ਵੱਲ ਜਾਣ 'ਚ ਸਵਾਦ ਵੱਡਾ ਆਉਂਦਾ। ਠੀਕ ਹੈ, ਤਾਂ ਦੇਖੋ ਜੀ ਪਿਆਜ਼ੇ ਆਖਦਾ ਜਦੋਂ ਮਤਲਬ ਗੱਲਬਾਤ ਉਹੀ ਹੈ, ਬੱਚਾ ਤਾਂ ਸੇਮ ਹੈ। ਠੀਕ ਹੈ, ਮਤਲਬ ਕਿ ਚਾਈਲਡਹੁੱਡ ਤਾਂ ਸਾਰਿਆਂ ਦਾ ਸੇਮ ਹੈ। ਆਪਾਂ ਕਈ ਵਾਰ ਕੀ ਕਰਦੇ ਵੀ ਆਪਣੇ ਨਾਲ ਗੱਲਬਾਤ ਜੀ ਕਰਦੇ ਕਰਦੇ ਆਪਣੇ ਤੋਂ ਕੋਈ ਕੰਮ ਗਲਤ ਹੋ ਜੇ ਤਾਂ ਆਪਾਂ ਕੀ ਕਹਿੰਦੇ ਨੇ, ਓਏ ਯਾਰ ਕੀ ਹੋ ਗਿਆ, ਮਤਲਬ ਇੱਦਾਂ ਮਤਲਬ ਆਪਾਂ ਆਪਣੇ ਨਾਲ ਜੋ ਗੱਲ ਜੀ ਕਰ ਰਹੇ ਹੁੰਦੇ ਹਾਂ। ਇਸ ਚੀਜ਼ ਨੂੰ ਪਿਆਜ਼ੇ ਨੇ ਈਗੋ ਸੈਂਟਰਿਕ ਆਖਿਆ ਜੀ। ਠੀਕ ਹੈ, ਤਾਂ ਈਗੋ ਸੈਂਟਰਿਕ ਆਖਿਆ ਕਿਹਨੇ, ਪਿਆਜ਼ੇ ਨੇ। ਤਾਂ ਵਾਈਗੋਟਸਕੀ ਇਸ ਨੂੰ ਕੀ ਆਖਦਾ, ਕਹਿੰਦਾ ਈਗੋ ਸੈਂਟਰਿਕ ਵਾਲੀ ਕੀ ਗੱਲ, ਈਗੋ ਦਾ ਮਤਲਬ ਤਾਂ ਉਹ ਇਹ ਆਖਦਾ ਨਾ ਵੀ ਉਹ ਹੰਕਾਰ ਜਿਹਦੇ ਵਿੱਚ ਕਹਿ ਰਹੇ ਗੱਲ, ਮਤਲਬ ਪਿਆਜ਼ੇ ਤਾਂ ਕਹਿੰਦਾ ਇਹਨੂੰ ਹੰਕਾਰ ਹੈ, ਇਹ ਆਪਦੇ ਆਪ ਨਾਲ ਗੱਲਾਂ ਕਰੀ ਜਾਂਦਾ ਹੈ ਨਾ, ਵੀ ਕਾਹਦਾ ਗੁਮਾਨ ਹੋ ਰਿਹਾ ਹੋਏ ਤੈਨੂੰ, ਤੂੰ ਆਪਦੇ ਆਪ ਨਾਲ ਬੋਲੀ ਜਾਣੇ। ਪਿਆਜ਼ੇ ਤਾਂ ਇਹ ਗੱਲ ਆਖਦਾ ਸੀ, ਪਰ ਵਾਈਗੋਟਸਕੀ ਕੀ ਆਖਦਾ ਸੀ, ਕਹਿੰਦਾ ਇਹ ਤਾਂ ਪ੍ਰਾਈਵੇਟ ਸਪੀਚ ਹੈ, ਮਤਲਬ ਉਹ ਇਸ ਨੂੰ ਪੋਜ਼ੀਟਿਵਲੀ ਦੇਖ ਰਿਹਾ ਹੈ। ਠੀਕ ਹੈ ਜੀ, ਤਾਂ ਜਿਹੜਾ ਵਾਈਗੋਟਸਕੀ ਉਹ ਕੰਸੀਡਰ ਕਰਦਾ ਇਸ ਨੂੰ ਪੋਜ਼ੀਟਿਵਲੀ, ਮਤਲਬ ਕਿ ਵੀ ਸਹੀ ਮੰਨਦਾ, ਕਹਿੰਦਾ ਕੋਈ ਗਲਤ ਨਹੀਂ ਇਹ 'ਚ, ਇਕੁਅਲ ਕੀ ਗੱਲ ਹੈ, ਕਹਿੰਦਾ ਸਿੰਪਲ ਹੈ। ਅਤੇ ਇਹ ਕਾਹਦੇ ਕੰਮ ਆਉਂਦੀ ਹੈ, ਆਪਾਂ ਨੂੰ ਡਾਇਰੈਕਸ਼ਨ ਦਿੰਦੀ ਹੈ, ਆਪਾਂ ਨੂੰ ਗਾਈਡੈਂਸ ਦਿੰਦੀ ਹੈ, ਇੱਕ ਦਿਸ਼ਾ ਨਿਰਦੇਸ਼ਕ ਦਾ ਕੰਮ ਕਰਦੀ ਹੈ ਇਹ ਆਪਣੇ ਲਈ, ਹੈ ਨਾ, ਜਿਵੇਂ ਸਹਾਇਤਾ ਦੇਣ ਵਾਲੀ ਚੀਜ਼ ਹੈ। ਕਹਿੰਦਾ ਇਹ ਆਪਾਂ ਨੂੰ ਵੀ ਅੰਦਰੋਂ ਵਿਚਾਰ ਉਤਪੰਨ ਆਪਣੇ ਹੁੰਦੇ ਨੇ ਇਹਦੇ ਨਾਲ। ਠੀਕ ਹੈ, ਤਾਂ ਇਹਨੂੰ ਸਹੀ ਮੰਨਦਾ ਹੈ ਵਾਈਗੋਟਸਕੀ। ਠੀਕ ਹੈ ਜੀ, ਡਾਇਰੈਕਸ਼ਨ ਦੇਣ ਦਾ ਇਹ ਕੰਮ ਕਰਦੀ ਹੈ। ਇਸ ਤੋਂ ਬਿਨਾਂ ਗੱਲ ਕਰੀਏ ਅਸੀਂ ਸੋਸ਼ਲ ਕੰਸਟਰਕਸ਼ਨ ਮੰਨਦਾ, ਮਤਲਬ ਕਿ ਭਾਸ਼ਾ ਨੂੰ ਇਹ ਕੀ ਮੰਨਦਾ ਵੀ ਇਹ ਸਮਾਜ ਤੋਂ ਕੰਸਟਰਕਟ ਕੀਤੀ ਅਸੀਂ ਨੇ, ਇਹ ਚੀਜ਼ ਦੀ ਇਹ ਹਮਾਇਤ ਕਰਦਾ। ਇਸ ਤੋਂ ਬਿਨਾਂ ਇੱਕ ਗੱਲ ਹੋਰ ਇੰਪੋਰਟੈਂਟ ਬਣ ਜਾਂਦੀ ਹੈ, ਲੈਂਗੁਏਜ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਕੋਗਨੀਟਿਵ ਡਿਵੈਲਪਮੈਂਟ ਆਫ ਚਾਈਲਡ। ਠੀਕ ਹੈ ਜੀ, ਇਹ ਲਾਈਨ ਤੁਹਾਨੂੰ ਮੋਸਟ ਇੰਪੋਰਟੈਂਟ ਹੈ, ਇਹਨੂੰ ਟਿਕ ਕਰਕੇ ਰੱਖ ਲਓ ਜੀ, ਪੇਪਰ ਦੇ ਵਿੱਚ ਕੰਮ ਜ਼ਰੂਰ ਦੇਵੇਗੀ ਕਿ ਕੋਗਨੀਟਿਵ ਡਿਵੈਲਪਮੈਂਟ ਦੇ ਵਿੱਚ ਜਿਹੜੀ ਲੈਂਗੁਏਜ ਹੈ ਉਸ ਦਾ ਇੱਕ ਮਹੱਤਵਪੂਰਨ ਸਥਾਨ ਹੈ। ਠੀਕ ਹੈ, ਤਾਂ ਭਾਸ਼ਾ ਜਿਹੜੀ ਉਹ ਗਿਆਨਾਤਮਕ ਵਿਕਾਸ ਦੇ ਵਿੱਚ ਸਹਾਇਤਾ ਕਰਦੀ ਹੈ, ਇਸ ਦੇ ਵਿੱਚ ਅਹਿਮ ਰੋਲ ਨਿਭਾਉਂਦੀ ਹੈ। ਲੈਂਗੁਏਜ ਦੇ ਸੋਰਸ ਕਿਹੜੇ ਕਿਹੜੇ ਹੋ ਸਕਦੇ ਨੇ, ਸੁਸਾਇਟੀ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ, ਕੋਆਪਰੇਸ਼ਨ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ, ਪੀਅਰ ਗਰੁੱਪਸ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਠੀਕ ਹੈ, ਅਤੇ ਇਹਨਾਂ ਦੇ ਵਿੱਚ ਆਪਸੀ ਇੰਟਰੈਕਸ਼ਨ ਵੀ ਹੁੰਦੀ ਹੈ, ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਸਮਝਿਆ ਸੀ, ਸੋਸ਼ਲ ਇੰਟਰੈਕਸ਼ਨ, ਕਲਚਰ, ਠੀਕ ਹੈ, ਲੈਂਗੁਏਜ, ਇਹ ਸਭ ਚੀਜ਼ਾਂ ਨੇ ਆਪਸ ਵਿੱਚ ਕੀ ਨੇ, ਇੰਟਰਲੇਟਡ ਨੇ। ਠੀਕ ਹੈ, ਇਹਨਾਂ ਨੂੰ ਐਂ ਸਮਝ ਲਓ ਵੀ ਇਹ ਕੜੇ ਜਿਹੇ ਨੇ ਆਪਸ ਵਿੱਚ ਫਸੇ ਪਏ ਨੇ ਇਹ। ਠੀਕ ਹੈ, ਤਾਂ ਇੱਦਾਂ ਇਹਨਾਂ ਦਾ ਆਪਸ ਵਿੱਚ ਕੀ ਹੈ, ਸੰਬੰਧ ਹੈ। ਅਤੇ ਇਸ ਤੋਂ ਬਿਨਾਂ ਆਪਾਂ ਇੱਕ ਹੋਰ ਚੀਜ਼ ਜੋ ਵਿਸ਼ੇਸ਼ ਤੌਰ 'ਤੇ ਆਪਾਂ ਡਿਸਕਸ ਕਰਨੀ ਸੀ ਜੀ, ਇਸ ਨੇ ਲੈਂਗੁਏਜ ਦੀਆਂ 3 ਫਾਰਮਸ ਦੱਸੀਆਂ ਨੇ, ਮਤਲਬ ਕਿ ਕਹਿ ਸਕਦੇ ਵੀ 3 ਭਾਗਾਂ ਦੇ ਵਿੱਚ ਨਾਲ ਇਸ 3 ਤਰੀਕੇ ਨਾਲ ਇਸ ਨੇ ਇਹਨੂੰ ਡਿਫਾਈਨ ਕੀਤਾ ਹੈ। ਨੰਬਰ 1 ਇਹ ਗੱਲ ਕਰਦਾ ਜੀ ਸੋਸ਼ਲ ਸਪੀਚ ਆਖਦਾ। ਠੀਕ ਹੈ, 2 ਸਾਲ ਵਾਲੀ ਨੂੰ ਇਹ ਸੋਸ਼ਲ ਸਪੀਚ ਆਖਦਾ। ਅਤੇ ਇਸ ਤੋਂ ਬਿਨਾਂ ਫਿਰ ਇਹ ਆਖਦਾ ਜੀ ਇਹਨੂੰ ਪ੍ਰਾਈਵੇਟ ਸਪੀਚ 3 ਤੋਂ 5 ਸਾਲ ਦੀ ਉਮਰ ਵਿੱਚ। ਠੀਕ ਹੈ, ਅਤੇ ਇਹ ਕਾਹਦਾ ਕੰਮ ਕਰਦੇ ਹਾਂ ਆਪਾਂ, ਸੈਲਫ ਡਾਇਰੈਕਸ਼ਨ, ਮਤਲਬ ਆਪਾਂ ਖੁਦ ਨੂੰ ਸਹਾਇਤਾ ਦੇ ਰਹੇ ਹਾਂ, ਖੁਦ ਨੂੰ ਆਪਾਂ ਗਾਈਡ ਕਰ ਰਹੇ ਹਾਂ। ਠੀਕ ਹੈ, ਤਾਂ ਜਦੋਂ ਆਪਾਂ ਐਵੇਂ ਆਪਣੇ ਆਪ ਨਾਲ ਗੱਲਾਂ ਜਿਹੀਆਂ ਕਰਦੇ ਹਾਂ ਨਾ, ਉਹ ਕੀ ਹੈ, ਪ੍ਰਾਈਵੇਟ ਸਪੀਚ ਹੈ ਅਕੋਰਡਿੰਗ ਟੂ ਵਾਈਗੋਟਸਕੀ। ਠੀਕ ਹੈ, ਤਾਂ ਆਪਾਂ ਕੀ ਕਰ ਰਹੇ ਹਾਂ, ਖੁਦ ਨੂੰ ਦਿਸ਼ਾ ਦੇ ਰਹੇ ਹਾਂ। ਠੀਕ ਹੈ, ਸੈਲਫ ਡਾਇਰੈਕਸ਼ਨ ਦੀ ਗੱਲ ਇਹ ਕਰਦਾ। ਇਸ ਤੋਂ ਬਿਨਾਂ ਇਹ 7 ਸਾਲ ਦੀ ਉਮਰ ਵਾਲੀ ਸਪੀਚ ਨੂੰ ਇਹ ਆਖਿਆ ਨੰਬਰ 3 'ਤੇ ਸਾਈਲੈਂਟ ਇਨਰ ਸਪੀਚ, ਮਤਲਬ ਕਿ ਚੁੱਪ ਚਪੀਤੇ ਜੇ ਅੰਦਰੂਨੀ ਸਪੀਚ ਇਸ ਨੂੰ ਆਖ ਰਿਹਾ ਹੈ। ਤਾਂ ਇਸ ਤਰੀਕੇ ਨਾਲ ਇਹ 3 ਫਾਰਮਸ ਦੀ ਗੱਲ ਕਰਦਾ। ਇਹ 3 ਫਾਰਮਸ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖ ਲਿਓ। ਇਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ ਕੁਐਸਚਨ ਆਨਸਰ। ਤਾਂ ਦੇਖਦੇ ਹਾਂ ਕਿ ਵਾਈਗੋਟਸਕੀ ਕਿੱਦਾਂ ਦੇ ਪ੍ਰਸ਼ਨ ਹੈ ਜਿਹੜਾ ਉਹ ਪੇਪਰ ਦੇ ਵਿੱਚ ਆਪਣੇ ਪਵਾਉਂਦਾ ਹੈ ਅਤੇ ਆਪਣੇ ਸਿਲੇਬਸ ਨੂੰ ਵਧੀਆ ਘੈਂਟ ਕਰਦਾ, ਇੰਟਰਸਟਿੰਗ ਕਰਦਾ। ਤਾਂ ਦੇਖੋ ਜੀ ਪਹਿਲਾ ਹੀ ਸਵਾਲ ਫਰੀ ਦਾ ਨੰਬਰ ਹੈ, ਜੇਕਰ ਤੁਸੀਂ ਅੱਜ ਦੀ ਕਲਾਸ ਨੂੰ ਪੂਰੇ ਧਿਆਨ ਨਾਲ ਲਗਾ ਲਿਆ। ਠੀਕ ਹੈ ਜੀ, ਤਾਂ ਦੇਖੋ ZPD ਦੀ ਫੁੱਲ ਫਾਰਮ ਕੀ ਹੈ, ਇਹ ਤਾਂ ਬਿਲਕੁਲ ਹੀ ਈਜ਼ੀ ਹੋ ਗਿਆ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਠੀਕ ਹੈ ਜੀ, ਲਾਸਟ ਵਿੱਚ ਇਹਦੇ ਦੱਸਦਾ ਮੈਂ ਤੁਹਾਨੂੰ, ਇੰਗਲਿਸ਼ ਵਰਜਨ ਐਡ ਕੀਤੀ ਸੀ ਉਹਦੇ 'ਚ, ਆਪਾਂ ਨੂੰ ਈਜ਼ੀ ਹੋ ਜਾਊਗਾ ਥੋੜ੍ਹਾ ਜਿਹਾ। ਦੇਖੋ ਜੀ ZPD ਸਟੈਂਡਸ ਫਾਰ, ਤਾਂ ਇਸ ਦਾ ਮੀਨਿੰਗ ਹੈ ਕੀ ਹੈ, ZPD ਦਾ। ਠੀਕ ਹੈ ਜੀ, Z ਦਾ ਮੀਨਿੰਗ ਹੋ ਗਿਆ ਜ਼ੋਨ, P ਦਾ ਮੀਨਿੰਗ ਹੋ ਗਿਆ ਪ੍ਰੋਕਸੀਮਲ, T ਦਾ ਮੀਨਿੰਗ ਹੋ ਗਿਆ ਡਿਵੈਲਪਮੈਂਟ। ਇਸ ਤਰ੍ਹਾਂ ਆਪਸ਼ਨ D ਸਾਡਾ ਰਾਈਟ ਆਨਸਰ ਹੋ ਗਿਆ। ਪਰ ਇੱਕ ਚੀਜ਼ ਯਾਦ ਰੱਖਿਓ ਪਿਆਰਿਓ, ਇਹ ਸਾਰੀਆਂ ਆਪਸ਼ਨਾਂ ਇਹਨਾਂ ਨੇ ਐਵੇਂ ਪਾਈਆਂ ਹੋਈਆਂ ਨੇ, ZPD। ਇਹਨੂੰ ਤਾਂ ਐਕਸਪੀਰੀਅੰਸ ਕਹਿੰਦੇ ਨੇ ਵੀ ਤੁਸੀਂ ਕਿੰਨੀ ਕੁ ਡਿਟੇਲ ਦੇ ਵਿੱਚ ਜਾ ਕੇ ਚੀਜ਼ਾਂ ਪੜ੍ਹੀਆਂ ਨੇ। ਪ੍ਰੋਕਸੀਮਲ, ਠੀਕ ਹੈ, P ਦਾ ਮੀਨਿੰਗ ਹੈ ਪ੍ਰੋਕਸੀਮਲ, ਬਸ ਇੱਕੋ ਸ਼ਬਦ ਦਾ ਫਰਕ ਹੈ ਨਾ। ਤੁਹਾਨੂੰ ਵਿਚਾਲੀ P ਦਾ ਮੀਨਿੰਗ ਪਤਾ ਹੈ ਤਾਂ ਮਸਲਾ ਹੋ ਗਿਆ ਹੱਲ, ਨਹੀਂ
ਮਸਲਾ ਹੋ ਗਿਆ ਟੇਢਾ। ਤਾਂ ਸਾਰੇ ਕੁਐਸਚਨ ਆਪਾਂ ਕਰਾਂਗੇ, ਟੈਨਸ਼ਨ ਨਾ ਲਓ। ਨੈਕਸਟ ਕੁਐਸਚਨ ਹੈ ਜੀ, ਇਹ ਸਾਰੇ ਪ੍ਰੀਵੀਅਸ ਈਅਰ ਦੇ ਵਿੱਚੋਂ ਚੱਕੇ ਨੇ, ਠੀਕ ਹੈ ਜੀ। ਬਿਲਕੁਲ ਮੈਂ ਇਹਨਾਂ ਦੇ ਵਿੱਚ ਕੁਛ ਵੀ ਛੇੜਛਾੜ ਕੀਤੀ ਨਹੀਂ, ਤਾਂ ਹੀ ਮੈਂ ਇਹ ਫੋਟੋ ਖਿੱਚ ਕੇ ਸਕਰੀਨਸ਼ਾਟ ਲੈ ਕੇ ਸੇਮ ਟੂ ਸੇਮ ਚੀਜ਼ ਨੂੰ ਐਡ ਕਰਦਾ ਹੁੰਨਾ ਵੀ ਤੁਹਾਨੂੰ ਫੀਲਿੰਗ ਜੀ ਮਿਲੇ ਵੀ ਯਾਰ ਮੈਂ ਪੁਰਾਣੇ ਪੇਪਰ ਕਰ ਰਿਹਾ ਹੈ ਨਾ। ਤਾਂ ਵਾਈਗੋਟਸਕੀ ਅਨੁਸਾਰ ਇਰਾਦਤਨ ਕਿਰਿਆ ਲਈ ਕਿਹੜੀ ਸਪੀਚ ਦਾ ਉਪਯੋਗ ਕੀਤਾ ਜਾਂਦਾ ਹੈ, ਠੀਕ ਹੈ ਜੀ। ਤਾਂ ਇਹ ਗੱਲ ਕਰ ਰਹੇ ਇੱਥੇ ਇੰਟੈਂਸ਼ਨਲ, ਠੀਕ ਹੈ, ਇੰਟੈਂਸ਼ਨਲ ਸਪੀਚ ਦੀ। ਤਾਂ ਇਸ ਦਾ ਰਾਈਟ ਆਨਸਰ ਕੀ ਦੇ ਅਕੋਰਡਿੰਗ ਅੰਦਰੂਨੀ ਹੀ ਕੀਤਾ ਗਿਆ ਸੀ, ਠੀਕ ਹੈ। ਪਰ ਇਸ ਤੋਂ ਬਿਨਾਂ ਜੇਕਰ ਆਪਾਂ ਮਤਲਬ ਸਪੀਚ ਦੀ ਜਿਵੇਂ ਆਪਾਂ 3 ਟਾਈਪਸ ਪੜ੍ਹੀਆਂ ਨੇ, ਉੱਥੇ ਈਗੋਸੈਂਟਰਿਕ ਦੀ ਥਾਂ 'ਤੇ ਵੀ ਜੇ ਆਪਾਂ ਨੂੰ ਸਮਾਜਿਕ, ਅੰਦਰੂਨੀ ਹੈ ਨਾ, ਜਾਂ ਨਿੱਜੀ ਸਪੀਚ ਇੱਦਾਂ ਮਿਲਿਆ ਹੁੰਦਾ ਤਾਂ ਕਈ ਵਾਰ ਆਪਾਂ ਉਪਰੋਕਤ ਸਾਰੇ ਵਾਲੇ ਆਪਸ਼ਨ ਦੇ ਨਾਲ ਵੀ ਜਾ ਸਕਦੇ ਸੀ। ਬਟ ਆਫੀਸ਼ੀਅਲੀ ਇਹਨਾਂ ਨੇ ਰਾਈਟ ਆਨਸਰ ਜਿਹੜਾ ਉਹ ਸੀ ਹੀ ਕੀਤਾ ਹੈ, ਅਤੇ ਇੱਥੇ ਇੰਟੈਂਸ਼ਨਲ ਦੀ ਗੱਲ ਕੀਤੀ ਹੈ, ਇਸ ਲਈ ਆਪਾਂ ਸੀ ਨਾਲ ਜਾਣਾ ਹੀ ਬੈਸਟ ਰਹੇਗਾ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਅਕੋਰਡਿੰਗ ਟੂ ਲੇਵ ਵਿਗੋਸਟੀ, ਤਾਂ ਇਸ ਦੇ ਵਿੱਚੋਂ ਅਸੀਂ ਜਿਹੜੀ ਰਾਈਟ ਆਪਸ਼ਨ ਹੈ ਉਹ ਸਿਲੈਕਟ ਕਰਨੀ ਹੈ ਜੀ। ਪਹਿਲੀ ਆਪਸ਼ਨ ਹੈ ਜੀ ਚਿਲਡਰਨ ਲਰਨ ਲੈਂਗੁਏਜ ਥਰੂ ਏ ਲੈਂਗੁਏਜ ਐਕੁਜੀਸ਼ਨ ਡਿਵਾਈਸ। ਦੇਖੋ ਜੀ ਲੈਂਗੁਏਜ ਐਕੁਜੀਸ਼ਨ ਡਿਵਾਈਸ ਦੀ ਗੱਲ ਤਾਂ ਨੋਮ ਚੋਮਸਕੀ ਕਰਦਾ ਹੈ, ਤਾਂ ਪਹਿਲੀ ਆਪਸ਼ਨ ਤਾਂ ਗਈ ਕੱਟ। ਚਿਲਡਰਨਜ਼ ਕੋਗਨੇਟਿਵ ਡਿਵੈਲਪਮੈਂਟ ਅਕਰਸ ਇਨ ਸਟੇਜਸ, ਇਹਦੀ ਗੱਲ ਵੀ ਨਹੀਂ ਕਰ ਸਕਦਾ ਇਹ। ਅਤੇ ਮੈਚੂਰੇਸ਼ਨ ਆਫ ਸਕੀਮਾਂ ਦੀ ਗੱਲ ਪਿਆਜੇ ਕਰਦਾ, ਠੀਕ ਹੈ। ਆਪਸ਼ਨਾਂ ਦੇਖੋ ਕਿੰਨੇ ਤਰੀਕੇ ਨਾਲ ਘੈਂਟ ਤਰੀਕੇ ਨਾਲ ਕੱਟ ਰਹੀਆਂ ਨੇ, ਇਹ ਤਾਂ ਕੱਟਦੀਆਂ ਨੇ ਜੇ ਐਕਸਪੀਰੀਅੰਸ ਹੋਏਗਾ, ਠੀਕ ਹੈ ਜੀ, ਤਾਂ ਹੀ ਕੱਟਦੀਆਂ ਨੇ ਇਹ, ਨਹੀਂ ਤਾਂ ਫਿਰ ਸਾਰੀਆਂ ਆਪਸ਼ਨਾਂ ਬੋਲਦੀਆਂ ਨੇ ਵੀ ਮੈਨੂੰ ਵੀ ਸਿਲੈਕਟ ਕਰ, ਮੈਨੂੰ ਵੀ ਸਿਲੈਕਟ ਕਰ। ਜਦੋਂ ਕੋਈ ਕੁਐਸਚਨ ਆਉਂਦਾ ਨਹੀਂ ਹੁੰਦਾ ਨਾ ਤੁਹਾਡਾ ਉਹ ਚੀਜ਼ 'ਤੇ ਟੋਪਿਕ 'ਤੇ ਪਕੜ ਨਹੀਂ ਹੁੰਦੀ, ਤਾਂ ਸਾਰੀਆਂ ਆਪਸ਼ਨਾਂ ਪਤਾ ਤੁਹਾਨੂੰ ਕੀ ਕਹਿੰਦੀਆਂ ਹੁੰਦੀਆਂ ਨੇ, ਮੈਨੂੰ ਵੀ ਕਰਦੇ ਸਿਲੈਕਟ, ਮੈਨੂੰ ਵੀ ਕਰਦੇ, ਸਾਰੀਆਂ ਆਪਸ਼ਨਾਂ ਬੋਲਣ ਲੱਗ ਜਾਂਦੀਆਂ ਨੇ। ਹੁਣ ਇੱਥੇ ਨਹੀਂ ਬੋਲੀ, ਆਪਣੇ ਸਾਹਮਣੇ ਕੋਈ ਨਹੀਂ ਬੋਲੀ, ਸਿਰਫ ਇੱਕੋ ਰਹਿ ਗਈ, ਇਹਨੂੰ ਆਪਾਂ ਬਿਨਾਂ ਪੜ੍ਹੇ ਸਿਲੈਕਟ ਕਰਾਂਗੇ। ਲਓ ਤਿੰਨ ਦੀਆਂ ਤਿੰਨ ਆਪਾਂ ਨੇ ਐਕਸਪੀਰੀਅੰਸ ਨਾਲ ਮਤਲਬ ਕੌਨਫੀਡੈਂਸ ਦੇ ਨਾਲ ਕੱਟੀਆਂ ਨੇ। ਇਹ ਕੌਨਫੀਡੈਂਸ ਤੁਹਾਡਾ ਪੇਪਰ ਦੇ ਵਿੱਚ ਹੋਣਾ ਚਾਹੀਦਾ ਹੈ। ਜਦੋਂ ਇਹ ਕੌਨਫੀਡੈਂਸ ਆ ਗਏ ਨਾ ਫਿਰ ਤੁਸੀਂ ਮੰਨੋਗੇ ਸਟੱਡੀ ਫਾਈਟਰ ਨੂੰ, ਠੀਕ ਹੈ। ਤਾਂ ਜੇਕਰ ਤੁਹਾਨੂੰ ਲੱਗਦਾ ਵੀ ਵੀਡੀਓ ਘੈਂਟ ਹੈ, ਇੰਟਰਸਟਿੰਗ ਅੱਜ ਦੀ, ਤਾਂ ਹੁਣੇ ਲਾਈਕ ਠੋਕ ਦਿਓ ਵੀਡੀਓ ਦੇ, ਠੀਕ ਹੈ ਜੀ। ਤਾਂ ਦੇਖੋ ਜੀ ਚਲੋ ਪੜ੍ਹ ਤਾਂ ਲੈਂਦੇ ਆਪਾਂ ਨੂੰ, ਕਈ ਵਾਰ ਅੱਗੇ ਕੰਮ ਦੇ ਜਾਂਦੀ ਆਪਸ਼ਨ, ਠੀਕ ਹੈ। ਵੈਸੇ ਤਾਂ ਇਹੀ ਹੋਏਗਾ ਲੈਂਗੁਏਜ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਕੋਗਨੇਟਿਵ ਡਿਵੈਲਪਮੈਂਟ। ਓਹੋ ਬਿਲਕੁਲ ਹੀ ਸੇਮ ਲਾਈਨ ਤਾਂ ਆਪਾਂ ਪੜ੍ਹ ਕੇ ਹਟੇ ਪਹਿਲਾਂ, ਜਮੀ ਕਾਪੀ ਪੇਸਟ ਹੈ, ਠੀਕ ਹੈ। ਲੈਂਗੁਏਜ ਕੀ ਕਰਦੀ ਹੈ, ਇੱਕ ਇੰਪੋਰਟੈਂਟ ਰੋਲ ਹੀ ਨਿਭਾਉਂਦੀ ਹੈ ਕਾਹਦੇ ਵਿੱਚ, ਕੋਗਨੇਟਿਵ ਡਿਵੈਲਪਮੈਂਟ ਦੇ ਵਿੱਚ। ਨੈਕਸਟ ਕੁਐਸਚਨ ਹੈ ਜੀ ਵਿਗੋਟਸਕੀ ਕੀ ਆਖਦਾ, ਤਾਂ ਦੇਖਦੇ ਹਾਂ। ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਇਜ਼, ਤਾਂ ਇਸ ਨੂੰ ਡਿਫਾਈਨ ਕਰੋ ਜੀ, ਕਿਵੇਂ ਕਰਾਂਗੇ ਆਪਾਂ। ਪਹਿਲੀ ਆਪਸ਼ਨ ਚੱਕਦੇ ਹਾਂ, ਅ ਰੇਂਜ ਆਫ ਟਾਸਕਸ ਦੈਟ ਦਾ ਚਾਈਲਡ ਸ਼ੁੱਡ ਬੀ ਏਬਲ ਟੂ ਡੂ ਐਜ਼ ਪਰ ਹਰ ਏਜ ਬਟ ਕੈਨ ਨਾਟ। ਨੈਕਸਟ ਹੈ ਜੀ, ਦਾ ਪ੍ਰੋਸੈਸ ਵੇਅਰ ਟੂ ਇੰਡੀਵਿਜੂਅਲਸ ਹੂ ਵਿਗਨ ਵਿਦ ਡਿਫਰੈਂਟ ਅੰਡਰਸਟੈਂਡਿੰਗਸ ਅਰਾਈਵ ਐਟ ਦਾ ਸ਼ੇਅਰਡ ਅੰਡਰਸਟੈਂਡਿੰਗ। ਜਾਂ ਫਿਰ ਦਾ ਪ੍ਰੋਸੈਸ ਇਨ ਵਿਚ ਚਿਲਡਰਨ ਲਰਨ ਟੂ ਪਰਫੋਰਮ ਟਾਸਕਸ ਐਜ ਸੈਟ ਬਾਈ ਐਲਡਰ ਮੈਂਬਰਸ ਇਨ ਸੁਸਾਇਟੀ। ਕੋਈ ਗੱਲ ਨਾ ਬਣੀ। ਇਸ ਤੋਂ ਬਾਅਦ ਹੈ ਜੀ, ਦਾ ਏਰੀਆ ਬਿਟਵੀਨ ਅ ਚਾਈਲਡ 'ਚ ਕਰੰਟ ਲੈਵਲ ਆਫ ਇੰਡੀਪੈਂਡੈਂਟ ਪਰਫੋਰਮੈਂਸ ਐਂਡ ਲੈਵਲ ਆਫ ਪਰਫੋਰਮੈਂਸ ਦੈਟ ਦਾ ਚਾਈਲਡ ਕੁੱਡ ਅਚੀਵ ਵਿਦ ਦਾ ਹੈਲਪ ਆਫ ਅਡਲਟ ਐਂਡ ਮੋਰ ਸਕਿਲਡ ਪੀਅਰ। ਦੇਖੋ ਕੀਵਰਡ ਐਂ ਕੰਮ ਦਿੰਦੇ ਨੇ। ਆਪਾਂ ਇਹੀ ਚੀਜ਼ ਤਾਂ ਪੜ੍ਹ ਕੇ ਹਟੇ ਵੀ ਕਾਹਦੀ ਹੈਲਪ, ਸਕੈਪ ਫੋਲਡਿੰਗ ਦੇ ਵਿੱਚ ਆਪਾਂ ਕੀ ਪੜ੍ਹਿਆ ਸੀ, ਹੈਲਪ ਦੀ ਹੀ ਤਾਂ ਗੱਲ ਕੀਤੀ ਗਈ ਹੈ। ਤਾਂ ਇਹ ਹੈਲਪ ਕਿਹਦੀ ਲੈਣ ਦੀ ਗੱਲ ਕਰ ਰਹੇ ਨੇ, ਅਡਲਟਸ, ਮਤਲਬ ਕਿ ਉਹ ਆਪਣੇ ਤੋਂ ਆਲਰੇਡੀ ਕੀ ਹੋਣਗੇ, ਜ਼ਿਆਦਾ ਐਕਸਪੀਰੀਅੰਸ ਰੱਖਦੇ ਹੋਣਗੇ। ਜੇਕਰ ਪੀਅਰਸ ਕਹੇ ਹੈ ਤਾਂ ਨਾਲ ਲਿਖਿਆ ਇਹਨਾਂ ਨੇ ਵੀ ਮੋਰ ਸਕਿਲਡ ਹੋਣ ਜਿਹੜੇ, ਠੀਕ ਹੈ। ਤਾਂ ਆਪਸ਼ਨ 4th ਜਿਹੜੀ ਇਹ ਸਾਡਾ ਰਾਈਟ ਆਨਸਰ ਹੋ ਜਾਏਗੀ ਜੀ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਸ ਕੁਐਸਚਨ ਦਾ ਆਨਸਰ ਜਿਹੜਾ ਇਹ ਡਿਸਕਸ ਕਰ ਲਿਆ ਹੈ। ਨੈਕਸਟ ਫਿਰ ਆ ਗਿਆ, ਇਹ ਤਾਂ ਹੋ ਗਿਆ ਨਾ, ਰਿਪੀਟਡ ਹੈ ਇਹ। ਇਸ ਤੋਂ ਬਾਅਦ ਨੈਕਸਟ ਡਿਸਕਸ ਕਰਦੇ ਹਾਂ ਜੀ, ਅਕੋਰਡਿੰਗ ਟੂ ਵਿਚ ਥਿਰਿਸਟ ਕਲਚਰਲ ਟੂਲਸ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਕੋਗਨੇਟਿਵ ਡਿਵੈਲਪਮੈਂਟ ਆਫ ਚਿਲਡਰਨ। ਤਾਂ ਦੇਖੋ ਜੀ ਇੱਥੇ ਹੁਣ ਉਹੀ ਗੱਲ ਆ ਗਈ ਵੀ ਕੁਐਸਚਨ ਡਿਸਕਸ ਕਰਨ ਦਾ ਮੀਨਿੰਗ ਕੀ ਹੁੰਦਾ ਹੈ, ਵੀ ਉਹ ਟੌਪਿਕ ਨੂੰ ਕਿੱਦਾਂ ਪੁੱਛ ਰਹੇ ਨੇ, ਕਿੱਦਾਂ ਪੁੱਟ ਕਰ ਰਹੇ ਨੇ, ਵੀ ਉਹ ਚੀਜ਼ਾਂ ਦਾ ਆਪਣਾ ਤਜਰਬਾ ਬਣਦਾ। ਜਿਵੇਂ ਇਹਨਾਂ ਨੇ ਇੱਥੇ ਦੇਖੋ ਕਿੱਦਾਂ ਪੁੱਛਿਆ, ਕਹਿੰਦੇ ਕਲਚਰਲ ਟੂਲਸ, ਠੀਕ ਹੈ। ਕਲਚਰਲ ਟੂਲਸ ਦਾ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਕੋਗਨੇਟਿਵ ਡਿਵੈਲਪਮੈਂਟ, ਠੀਕ ਹੈ। ਤਾਂ ਦੇਖੋ ਜੀ ਕੋਗਨੇਟਿਵ ਡਿਵੈਲਪਮੈਂਟ ਦੇ ਵਿੱਚ ਕਹਿੰਦੇ ਇੰਪੋਰਟੈਂਟ ਰੋਲ ਪਲੇਅ ਕਰਦਾ ਹੈ ਕਲਚਰਲ ਟੂਲ। ਤਾਂ ਕਲਚਰਲ ਟੂਲ ਦੇ ਵਿੱਚ ਉਹੀ ਚੀਜ਼ਾਂ ਤਾਂ ਆ ਗਈਆਂ ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ ਵੀ ਉਹਨਾਂ ਤਿੰਨਾਂ ਦੀ ਕੀ ਸੀ, ਆਪਸ ਵਿੱਚ ਇੰਟਰੈਕਸ਼ਨ ਸੀ, ਠੀਕ ਹੈ, ਸੋਸ਼ਲ ਇੰਟਰੈਕਸ਼ਨ ਹੋ ਗਈ। ਇਸ ਤੋਂ ਬਿਨਾਂ ਆਪਾਂ ਕਲਚਰ ਦੀ ਗੱਲ ਕਰਦੇ ਸੀ, ਲੈਂਗੁਏਜ ਦੀ ਗੱਲ ਕਰਦੇ ਸੀ, ਉਹ ਸਭ ਚੀਜ਼ਾਂ ਡਿਵੈਲਪਮੈਂਟ ਦਾ ਪਾਰਟ ਨੇ, ਠੀਕ ਹੈ। ਤਾਂ ਉਹੀ ਚੀਜ਼ ਤਾਂ ਹੈਗੀ ਵੀ ਇੱਥੇ ਕਲਚਰਲ ਟੂਲ ਦੇ ਵਿੱਚ ਇਹ ਸਭ ਚੀਜ਼ਾਂ ਹੀ ਇਨਵੋਲਵ ਹੋ ਗਈਆਂ, ਲੈਂਗੁਏਜ ਦੇ ਇਨਵੋਲਵ ਹੋ ਗਈ, ਡਿਵੈਲਪਮੈਂਟ
है ना, सोशल इंटरैक्शन इन्वॉल्व होगी। तो ये सब चीज़ों का एक इंपोर्टेंट रोल है काहदे विच कोगनीटिव डिवेलपमेंट ते इहदी गल कौन करदा है, ठीक है। तो इसकी गल तो कौन करेगा, लेव वाइगोट्स्की ही करेगा। ऑप्शन 4 साडा राइट आंसर है जिहड़ी ये हो जाएगी। इस तो बाद असीं डिस्कस करते हाँ जी नैक्सट क्वेश्चन, इन अ कंस्ट्रक्टिविज्म क्लासरूम एज एन विजिट एंड वाइगोट्स्की लर्निंग। तो देखो फर्स्ट ऑप्शन है जी, इज़ कंस्ट्रक्टेड बाय द स्टूडेंट दैमसैल्फ इनटू हू प्ले एंड एक्टिव रोल, मतलब यही राइट आंसर होएगा। तो इत्थे यही की गल कर रहे हैं भी जिहड़ा स्टूडेंट है वो खुद ही कंस्ट्रक्ट कर लेगा जी, ठीक है। लर्निंग है जी वो किहदे द्वारा की जाती है, कंस्ट्रक्ट स्टूडेंट द्वारा। तो उही तो आपां गल करके हटे भी ये कौन ने, ये कंस्ट्रक्टिविस्ट ने, मतलब कि कंस्ट्रक्टिविज्म के हमायती ने। ये गल की गल करते हैं भी बच्चा नॉलेज नूं की करदा है, कंस्ट्रक्ट करदा है, नॉलेज नूं वो अपने आप नॉलेज की संरचना कर लैंदा है, बना लैंदा वो नॉलेज नूं काहदे थ्रू, इंटरैक्शन के थ्रू, अलग अलग इंटरैक्शन के थ्रू, ठीक है। तो इस तरह इन्होंने की कहा सी, देखो लर्निंग इज़ कंस्ट्रक्ट बाय स्टूडेंट, एक गल जमा दिल नूं लगदी है। तो कंस्ट्रक्टिविज्म ने जिहड़े इस चीज़ की ही गल करते हैं, ठीक है जी। नैक्सट है, बाकी ऑप्शन तो आप की पढ़ांगे, रीइनफोर्समेंट की गल स्किनर करदा है, ठीक है। इज ऑफर्ड ऑफ रीइनफोर्समेंट, ये तो सिंपल ऊँ है भी टीचर द्वारा की जाती है किमें, ठीक है। नैक्सट है जी, अकॉर्डिंग टू विगोट्स्की लर्निंग कैन नॉट बी सपरेटेड फ्रॉम। तो वाइगोट्स्की के अकॉर्डिंग लर्निंग है जी उसनूं अलग नहीं किया जा सकता, कैन नॉट कहा इन्होंने, ठीक है। तो कैन नॉट सपरेटेड भी अलग नहीं हो सकती, किस तो नहीं अलग हो सकती, वाइगोट्स्की ये आखदा है। तो वाइगोट्स्की जिहड़ा ये आखदा है जी कि सोशल कंटैक्सट तो इहनूं वख आपां कह ही नहीं सकते, क्योंकि वो शुरू तो गल करके हटे भी सोशल इंटरैक्शन की, आपां जिवें थ्योरी डिस्कस किया है, ठीक है। सोशियो कल्चर इसकी थ्योरी का नाम है। तो इस तरीके ये काहदी गल करदा है, सोशल कंटैक्सट के विच ही होएगी, इस चीज़ की गल करदा है। तो इन्होंने कैन नॉट कहा सी, कैन नॉट सपरेटेड, तो इनू आपां सोशल कंटैक्सट तो वख तो कर ही नहीं सकते लर्निंग नूं, ठीक है। तो कुल मिला के इनू एक लर्निंग थ्योरी भी कह दिता जाता है, इस चीज़ भी ध्यान दे के रखियो। विगोट्स्की दे आपां जिहड़ा ये सारा सिस्टम पढ़िया ना ZPD वाला, इनू लर्निंग थ्योरी के नाम नाल भी कई बार इदां भी सिंपली ये भी कह दिता जाता है वाइगोट्स्की की लर्निंग थ्योरी के अकॉर्डिंग की है, ये है ना इदां। तो ये चीज़ ध्यान दे के जरूर रखियो। इस तो बाद है जी द कंसैप्ट ऑफ प्राइवेट स्पीच, आ गया ना सिंपल, प्राइवेट स्पीच ऑफ चिल्ड्रन एज प्रपोजड बाय वाइगोट्स्की। तो वाइगोट्स्की के अनुसार प्राइवेट स्पीच का कंसैप्ट की है, कुल मिला के अपने दसना है। तो देखो जी, इलस्ट्रेट्स दैट चिल्ड्रन आर ईगोसैंट्रिक, नो ईगोसैंट्रिक की तो गल ये करदा ही नहीं। शोज़ दैट चिल्ड्रन आर स्टूपिड, लै बच्चे नूं स्टूपिड कहोगे यार तुसीं एडे एडे साइकोलॉजिस्ट हो के। शोज़ दैट चिल्ड्रन लव दैमसैल्फ, नो दैमसैल्फ नूं। इलस्ट्रेट्स दैट चिल्ड्रन यूज स्पीच टू गाइड, देखो जी बेस्ट ऑप्शन आपां नूं लभ गई, इत्थे गाइड की गल की गई है, मतलब कि इसका यूज़ करके इस स्पीच का, देखो चिल्ड्रन यूज स्पीच मतलब कि जिहड़े बच्चे ने वो इस स्पीच नूं यूज़ करते हैं काहदे लई, टू गाइड देयर ओन एक्शनस, ओन मतलब खुद नूं भी अपने जिहड़े काम ने उन्हां नूं गाइड करन दे लई वो इस नूं यूज़ करते हैं। यही चीज़ अपनी सेम टू सेम पढ़ी सी जी इत्थे, मैं तुहानूं दिखाना भी तुहानूं वो चीज़ां दुबारे वधिया फिट होणगीआं माइंड दे विच। देखो इत्थे सैल्फ डायरैक्शन की गल कीती सी, प्राइवेट स्पीच दे विच अपन काहदी गल कीती सी, सैल्फ डायरैक्शन की गल कीती सी, मतलब कि वो खुद नूं की कर रहे हैं, दिशा दे रहे हैं। तो उत्थे भी मीनिंग उही तो होया, टू गाइड देयर ओन एक्शनस, मतलब कि वो अपने जिहड़े एक्शनस ने उन्होंने काम ने उन्होंने गाइड करने लई इस चीज़ की वो वरतों कर रहे हैं, ठीक है जी। तो यही चीज़ बन गई अपना बेस्ट ऑप्शन। इस तो बाद बाकी अपन डिस्कस करते हैं जी, देखो टू गाइड देयर ओन एक्शनस, तो इस तरीके नाल यह अपनी बेस्ट ऑप्शन है, इनू सिलेक्ट असीं ने कर लिया। नैक्सट क्वेश्चन है जी, लो एक क्वेश्चन हो रहा गया, ये क्रॉप नहीं होया, वैसे ही ऐड हो गया ADHD वाला, इनू भी हुण करे लैने लगते हत्थ। ADHD बच्चों लई डैश विद्यक उपचार होना चाहिए। जिहड़े ADHD बच्चे होंदे ने, ADHD की फुल फॉर्म ये होंदी है जी, वैसे ये टॉपिक है नहीं से अपना, चलो हुण आ गया अपन डिस्कस करांगे। तो इसका मीनिंग होंदा जी अटैंशन डेफिसिट हाइपर एक्टिविटी डिसऑर्डर, ठीक है जी। तो इस दे तरह के बच्चों नूं
ਵਿਅਕਤੀਗਤ ਤਵੱਜੋ ਵੀ ਦੇਣੀ ਪਏਗੀ, ਵਿਅਕਤੀਗਤ ਦੇਖਭਾਲ ਵੀ ਕਰਨੀ ਪਵੇਗੀ। ਤਾਂ ਆਪਸ਼ਨ ਸੀ ਸਾਡਾ ਰਾਈਟ ਆਨਸਰ ਹੋ ਜਾਏਗਾ ਦੋਵੇਂ। ਇਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਵਾਈਗੋਟਸਕੀ ਦੀ। ਦੇਖੋ ਹੁਣ ਉਹ ਕੁਐਸਚਨਸ ਆਪਾਂ ਡਿਸਕਸ ਕਰ ਰਹੇ ਹਾਂ ਤਾਂ ਨਾਲ ਚੀਜ਼ਾਂ ਉੱਭਰ ਕੇ ਵਿੱਚੋਂ ਆਉਣਗੀਆਂ, ਠੀਕ ਹੈ। ਤਾਂ ਇਸ ਦੀ ਬੁੱਕ ਹੈ ਜੀ ਥਾਟ ਐਂਡ ਲੈਂਗੁਏਜ। ਕਿਹਦੀ ਬੁੱਕ ਹੈ ਇਹ? ਵਾਈਗੋਟਸਕੀ ਦੀ ਬੁੱਕ ਹੈ। ਇਹ ਚੀਜ਼ ਤੁਹਾਨੂੰ ਮੈਂ ਦੱਸਣ ਦੇ ਲਈ ਸਪੈਸ਼ਲਿਸਟ ਕਰਕੇ ਹੀ ਕੁਐਸਚਨ ਐਡ ਕੀਤਾ ਸੀ ਵੀ ਇਸ ਦੀ ਬੁੱਕ ਦਾ ਨਾਮ ਵੀ ਕਈ ਵਾਰ ਪੁੱਛ ਲਿਆ ਜਾਂਦਾ ਹੈ, ਜੋ ਕਿ ਹੈ ਜੀ ਥਾਟ ਐਂਡ ਲੈਂਗੁਏਜ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਤੁਸੀਂ ਜ਼ਰੂਰ ਰੱਖਿਓ। ਨੈਕਸਟ ਅਸੀਂ ਡਿਸਕਸ ਕਰਦੇ ਹਾਂ ਜੀ ਵਾਈਗੋਟਸਕੀ ਦੇ ਸਿਧਾਂਤ ਅਨੁਸਾਰ ਸਕੈਫੋਲਡਿੰਗ ਦਾ ਉਦੇਸ਼ ਕੀ ਹੈ। ਇਹ ਕੁਐਸਚਨ ਦਾ ਜਿਹੜਾ ਆਨਸਰ ਹੈ ਨਾ, ਤੁਸੀਂ ਨਜ਼ਾਰੇ ਨਾਲ ਪੜ੍ਹੋ ਬਹਿ ਕੇ ਧਿਆਨ ਨਾਲ। ਦੇਖੋ ਜੀ ਮੈਂ ਤੁਹਾਨੂੰ ਡਾਇਰੈਕਟ ਆਨਸਰ ਦੱਸ ਰਿਹਾ। ਇਸ ਦਾ ਆਨਸਰ ਹੈ ਜੀ, ਮਤਲਬ ਆਪਾਂ ਪੜ੍ਹਦੇ ਹਾਂ ਆਪਸ਼ਨ ਨੂੰ ਵੀ ਪੜ੍ਹਦੇ ਹਾਂ ਕਿਉਂਕਿ ਇਹਦੇ ਵਿੱਚੋਂ ਮਤਲਬ ਸਿੱਟਾ ਬੜਾ ਕਮਾਲ ਦਾ ਨਿਕਲੂਗਾ। ਦੇਖੋ ਤਾਂ ਇਸ ਦੇ ਵਿੱਚ ਦੇਖੋ ਜੀ ਸਿੰਪਲ ਉੱਦਾਂ ਹੀ ਲਿਖਿਆ ਪਿਆ, ਇਹਨੂੰ ਸਕੈਫੋਲਡਿੰਗ ਹੀ ਲਿਖਤਾ ਇਹਨਾਂ ਨੇ। ਅਧਿਆਪਕਾਂ ਨੂੰ ਸਵੈ ਅਧਿਐਨ ਦੁਆਰਾ ਗਿਆਨ ਅਤੇ ਹੁਨਰ ਪ੍ਰਾਪਤ ਕਰਨ ਵਿੱਚ ਸਹਾਇਤਾ ਸ਼ਬਦ ਤਾਂ ਇਹਨਾਂ ਨੇ ਲਿਖੇ ਹੈ ਕਨਫਿਊਜ਼ ਕਰਨ ਦੇ ਲਈ ਵੀ ਸਕੈਫੋਲਡਿੰਗ ਦਾ ਬਹੁਤੇ ਮੀਨਿੰਗ ਸਮਝ ਲੈਂਦੇ ਨੇ, ਸਹਾਇਤਾ ਸਮਝ ਲੈਂਦੇ ਨੇ। ਪਰ ਤੁਸੀਂ ਨਹੀਂ ਕਨਫਿਊਜ਼ਨ ਹੋਣਾ। ਸਟੱਡੀ ਫਾਈਟਰ ਦੀ ਕਲਾਸ ਲਗਾਈ ਹੈ ਤੁਸੀਂ ਨੇ ਅੱਜ, ਠੀਕ ਹੈ। ਐਵੇਂ ਕਨਫਿਊਜ਼ ਨਾ ਹੋ ਜਿਓ। ਆਪਾਂ ਕਿਹਨੂੰ ਸਹਾਇਤਾ ਦੇਣ ਦੀ ਗੱਲ ਕਰ ਰਹੇ ਸੀ? ਬੱਚਿਆਂ ਨੂੰ ਜੀ, ਠੀਕ ਹੈ। ਅਧਿਆਪਕਾਂ ਨੂੰ, ਉਹਨਾਂ ਦੇ ਅਧਿਆਪਕਾਂ ਨੂੰ ਥੋੜ੍ਹੀ ਆਪਾਂ ਨੇ ਸਹਾਇਤਾ ਦੇਣੀ ਹੈ, ਉਹ ਤਾਂ ਆਲਰੈਡੀ ਟ੍ਰੇਨਡ ਨੇ। ਜਿਵੇਂ ਆਪਾਂ ਛਾਲ ਮਾਰਨ ਵਾਲੀ ਐਗਜ਼ੈਂਪਲ ਕੀਤੀ ਸੀ, ਠੀਕ ਹੈ। ਹੁਣ ਇੱਕ ਛਾਲ ਮਾਰਨ ਦਾ ਇੱਕ ਇਹ ਬਾਕਸ ਰੱਖਿਆ ਸੀ ਆਪਾਂ ਨੇ, ਇੱਕ ਇਹ ਬਾਕਸ ਸੀ। ਹੁਣ ਜਿਹੜਾ ਇੱਥੇ ਤੋਂ ਛਾਲ ਮਾਰਦਾ ਹੈ ਉਹਨੂੰ ਟ੍ਰੇਨਿੰਗ ਲੈਣ ਦੀ ਕੀ ਲੋੜ ਹੈ ਕਿਸੇ ਤੋਂ? ਉਹਨੂੰ ਸਹਾਇਤਾ ਦੀ ਕੀ ਲੋੜ ਹੈ? ਕਿਉਂਕਿ ਉਹ ਤਾਂ ਇੱਥੇ ਤੋਂ ਆਲਰੈਡੀ ਛਾਲ ਮਾਰ ਸਕਦਾ ਹੈ, ਠੀਕ ਹੈ। ਤਾਂ ਜਿਹੜਾ ਛੋਟੇ ਜ਼ੋਨ ਦੇ ਵਿੱਚ ਸੀ ਉਸ ਨੂੰ ਲੋੜ ਹੈ, ਠੀਕ ਹੈ ਜੀ। ਅਤੇ ਇੱਥੇ ਵੀ ਦੇਖੋ ਅਧਿਆਪਕਾਂ ਨੂੰ, ਅਧਿਆਪਕ ਵਾਲੀਆਂ ਦੋਨੇ ਆਪਸ਼ਨਾਂ ਕੈਂਸਲ ਹੋ ਗਈਆਂ। ਨੈਕਸਟ ਆਪਸ਼ਨ ਹੈ ਜੀ, ਇਹ ਵੀ ਡਿਸਕਸ ਕਰਨ ਵਾਲੀ ਇੰਟਰਸਟਿੰਗ ਚੀਜ਼ ਹੈ। ਵਿਦਿਆਰਥੀਆਂ ਨੂੰ ਉਹ ਗਿਆਨ ਅਤੇ ਹੁਨਰ ਹਾਸਲ ਕਰਨ ਵਿੱਚ ਸਹਾਇਤਾ ਕਰਨੀ ਜੋ ਉਹ ਆਪ ਸਿੱਖ ਸਕਦੇ ਹਨ। ਮਤਲਬ ਇਹ ਉਹ ਗੱਲ ਹੋ ਗਈ, ਇਹਨੂੰ ਸਮਝਿਓ ਥੋੜ੍ਹਾ ਜਿਹਾ। ਇਹ ਪਤਾ ਕੀ ਗੱਲ ਹੋ ਗਈ? ਇਹ ਤਾਂ ਇਹ ਗੱਲ ਹੋ ਗਈ ਜਿਹੜੀ ਇਹਨਾਂ ਨੇ ਆਪਸ਼ਨ 3 ਦੇ ਵਿੱਚ ਲਿਖੀ ਹੈ ਵੀ ਇਹ ਸੈਲਫ ਜ਼ੋਨ ਸੀ ਬੱਚੇ ਦਾ, ਠੀਕ ਹੈ। ਆਪਾਂ ਪਤਾ ਕੀ ਸਹਾਇਤਾ ਕਰਾ, ਉਹ ਇੱਥੇ ਤੋਂ ਛਾਲ ਮਾਰ ਸਕਦਾ ਸੀ, ਆਪਾਂ ਉਹਨੂੰ ਇਹ ਸਿਖਾਵਾਂਗੇ ਵੀ ਤੂੰ ਇੱਥੇ ਤੋਂ ਛਾਲ ਕਿਵੇਂ ਮਾਰ। ਇਹ ਤਾਂ ਮੂਰਖਤਾ ਵਾਲੀ ਗੱਲ ਹੋ ਗਈ ਕਿਉਂਕਿ ਉਹ ਤਾਂ ਪਹਿਲਾਂ ਹੀ ਜਾਣਦਾ ਇੱਥੋਂ ਤੋਂ ਛਾਲ ਮਾਰਨੀ। ਇਹ ਥੋੜ੍ਹੀ ਸਿਖਾਵਾਂਗੇ ਆਪਾਂ, ਉਹ ਚੀਜ਼ ਸਿਖਾਵਾਂਗੇ ਜਿੱਥੇ ਤੋਂ ਉਹ ਛਾਲ ਮਾਰਨੀ ਨਹੀਂ ਜਾਣਦਾ ਜੀ। ਉਹ ZPD ਯਾਨੀ ਕਿ ਇਸ ਜ਼ੋਨ ਤੋਂ ਨਹੀਂ ਜਾਣਦਾ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਸ਼ਨ 3 ਹੈ ਜਿਹੜੀ ਉਹ ਕਨਫਿਊਜ਼ ਕਰਨ ਦੇ ਲਈ ਤੁਹਾਨੂੰ ਪਾਈ ਗਈ ਹੈ। ਤਾਂ ਇਸ ਤਰ੍ਹਾਂ ਇੰਟਰਸਟਿੰਗ ਚੀਜ਼ ਵੱਡੀ ਬਣਦੀ ਹੈ, ਠੀਕ ਹੈ। ਤਾਂ ਇਹਨਾਂ ਨੂੰ ਸਮਝਿਆ ਕਰੋ ਧਿਆਨ ਦੇ ਨਾਲ। ਤਾਂ ਦੇਖੋ ਤੀਸਰੀ ਆਪਸ਼ਨ ਦੇ ਵਿੱਚ ਇਹਨਾਂ ਨੇ ਕੀ ਕਿਹਾ ਸੀ ਵੀ ਜੋ ਉਹ ਆਪ ਸਿੱਖਦੇ ਹਨ, ਮਤਲਬ ਜਿਹੜੀ ਚੀਜ਼ ਉਹ ਆਪ ਜਾਣਦੇ ਨੇ ਉਹਦੇ ਵਿੱਚ ਸਹਾਇਤਾ ਦੀ ਕੀ ਲੋੜ ਹੈ ਇਹਨਾਂ ਨੂੰ, ਠੀਕ ਹੈ। ਤਾਂ ਇਹ ਆਪਸ਼ਨ ਹੋ ਗਿਆ ਆਪਣੀ ਡਿਲੀਟ। ਨੈਕਸਟ ਜੋ ਰਾਈਟ ਆਨਸਰ ਬਣਦਾ ਜੀ ਆਪਸ਼ਨ ਚੌਥੀ ਬਣਦੀ ਹੈ ਵਿਦਿਆਰਥੀਆਂ ਨੂੰ ਗਿਆਨ ਅਤੇ ਹੁਨਰ ਹਾਸਲ ਕਰਨ ਵਿੱਚ ਸਹਾਇਤਾ ਕਰਨਾ, ਯਾਨੀ ਕਿ ਸਕੈਫੋਲਡਿੰਗ ਹੋ ਗਈ ਜੋ ਉਹ ਆਪ ਨਹੀਂ ਸਿੱਖਦੇ। ਮਤਲਬ ਕਿ ਹੁਣ ਉਹਨਾਂ ਨੂੰ ਕੌਣ ਸਿਖਾਊਗਾ? ਜਿਹੜਾ ਉਹਨਾਂ ਤੋਂ ਜ਼ਿਆਦਾ ਨੌਲੇਜ ਰੱਖਦਾ ਹੈ। ਉਹ ਜ਼ਿਆਦਾ ਨੌਲੇਜ ਰੱਖਣ ਵਾਲਾ ਕੌਣ ਹੈ? MKO ਹੈ ਜੀ, ਮੋਰ ਨੌਲੇਜੇਬਲ ਅਦਰ ਹੈ, ਠੀਕ ਹੈ ਜੀ। ਮੋਰ ਸਕਿੱਲਡ ਪਰਸਨ ਹੈ ਉਹ, ਜੋ ਕਿ ਉਸ ਨੂੰ ਕੀ ਕਰੂਗਾ? ਉਹ ਚੀਜ਼ ਸਿਖਾਊਗਾ ਜਿਹੜੀ ਉਹ ਆਪ ਨਹੀਂ ਸਿੱਖਦੇ, ਠੀਕ ਹੈ ਜੀ। ਨੈਕਸਟ ਕੁਐਸਚਨ ਇਹ ਆਪਣਾ ਹੋ ਹੀ ਚੁੱਕਿਆ ਹੈ। ਅਤੇ ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਇੱਕ ਵਾਰ ਆਪਣਾ ਕੀਮਤੀ ਸਮਾਂ ਕੱਢ ਕੇ ਇੱਕ ਵਾਰ ਨੀਚੇ ਵੱਡਾ ਸਾਰਾ ਕਮੈਂਟ ਜ਼ਰੂਰ ਲਿਖਿਓ, ਜਿਸ ਦੇ ਵਿੱਚ ਤੁਸੀਂ ਆਪਣੀਆਂ ਸਾਰੀਆਂ ਫੀਲਿੰਗਸ ਲਿਖਣੀਆਂ ਨੇ ਵੀ ਇਹ ਕਲਾਸ ਤੋਂ ਤੁਸੀਂ ਕੀ ਸਿੱਖਿਆ ਅਤੇ ਕੀ ਚੀਜ਼ਾਂ ਸੀ ਨੇ ਤੁਸੀਂ ਪਹਿਲਾਂ ਜਾਣਦੇ ਸੀ ਅਤੇ ਕੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਇਸ ਕਲਾਸ ਦੇ ਵਿੱਚ ਨਵੀਆਂ ਸਿੱਖੀਆਂ ਨੇ। ਥੈਂਕ ਯੂ ਸੋ ਮੱਚ।